ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਵਿੱਚ ਅਤਿਅੰਤ ਸ਼ਰਧਾ ਦੇ ਨਾਲ ਆਪ ਜੀ ਜੁੜ ਬੈਠੇ ਹੋ। ਸੁਹਾਵਣੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਚਰਨਾਂ ਦੇ ਲੇਖੇ ਲਾਈਏ। ਚੱਲ ਰਹੀ ਗੁਰ ਇਤਿਹਾਸ ਜੀ ਦੀ ਪਾਵਨ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ। ਸਿੱਧਾਂ ਦੇ ਵਿੱਚੋਂ ਯੋਗੀ ਲੋਹਾਰੀਪਾ ਮਸ਼ਿੰਦਰ ਨਾਥ ਤੋਂ ਬਾਅਦ ਸਤਿਗੁਰਾਂ ਦੇ ਸਨਮੁਖ ਆਇਆ। ਬੜੇ ਹੰਕਾਰ ਵਿੱਚ ਪੁੱਛਦਾ ਏ, ਕਿੰਨੇ ਸਰੀਰ ਵਿੱਚ ਚੱਕਰ ਨੇ ਤੇ ਕਿੰਨੀਆਂ ਪੰਖੜੀਆਂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਵਿਸਥਾਰ ਸਹਿਤ ਜਵਾਬ ਦਿੱਤੇ। ਫਿਰ ਉਹ ਪੁੱਛਦਾ ਹੈ 10 ਪ੍ਰਾਣ ਕਿਹੜੇ ਨੇ? ਕਿਹੜਾ ਪ੍ਰਾਣ ਕਿਸ ਵੇਲੇ ਕਦੋਂ ਕਿੱਥੇ ਕੰਮ ਕਰਦਾ ਹੈ? ਗੁਰੂ ਬਾਬਾ ਜੀ ਨੇ ਇਹਦੇ ਵੀ ਜਵਾਬ ਬੜੀ ਸਰਲਤਾ ਨਾਲ ਦਿੱਤੇ। ਪਾਨ, ਅਪਾਨ, ਬਿਆਨ, ਸਮਾਨ, ਉਦਿਆਨ, ਦੇਵਦੱਤ, ਧਨੰਜੈ, ਕ੍ਰਿਕਲ, ਨਾਗ ਅਤੇ ਕੂੜਮ। ਦਸਾਂ ਦੇ ਪਰਥਾਏ ਮੇਰੇ ਪਾਤਸ਼ਾਹ ਬੜੇ ਵਿਸਥਾਰ ਨਾਲ ਦੱਸ ਰਹੇ ਨੇ ਕਿੱਥੇ ਕਿੱਥੇ ਕਿਹੜਾ ਪ੍ਰਾਣ ਕੰਮ ਕਰਦਾ ਹੈ, ਜਿਸ ਵਿੱਚ ਆਪ ਜੀ ਨੇ ਕੱਲ ਬੜਾ ਲਾਹਾ ਪ੍ਰਾਪਤ ਕੀਤਾ ਹੈ। ਆਓ ਕੁਝ ਕੁ ਸਮਾਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਚਿਤ ਬਣਾਈਏ, ਪ੍ਰੇਮ ਦੀ ਪਾਈਏ ਸਾਂਝ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਾਣ ਰਹੇ ਹਿਰਦੈ ਮਾਹੇ, ਗੋਦਾ ਮੈਂ ਆਪਾਨ ਜਾਨ। ਦੀਨ ਦਇਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਮੇਰ ਪਰਬਤ ਉੱਤੇ ਸਿੱਧ ਲੋਹਾਰੀਪਾ ਦੇ ਸਵਾਲਾਂ ਦਾ ਜਵਾਬ ਦੇ ਰਹੇ ਨੇ। ਹਿਰਦੇ ਦੇ ਵਿੱਚ ਪਾਨ ਨਾਮ ਦੀ ਹਵਾ ਜਿਹਨੂੰ ਪ੍ਰਾਣ ਕਹਿੰਦੇ ਆ, ਧੁਨੀ ਦੇ ਵਿੱਚ ਵਸਣ ਵਾਲੀ ਪੌਣ ਜਿਹਨੂੰ ਕਹਿੰਦੇ ਆ ਸਮਾਨ, ਜਿਸ ਕਰਕੇ ਸਾਡੇ ਸਰੀਰ ਦਾ ਪੂਰੇ ਦਾ ਪੂਰਾ ਸਿਸਟਮ ਚੱਲ ਰਿਹਾ ਹੈ। ਗੁਦਾ ਦੇ ਵਿੱਚ ਅਪਾਨ ਹੈ, ਮਲ ਤਿਆਗ ਕਰਦੇ ਆ, ਉਹਦੇ ਤੋਂ ਬਗੈਰ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਉਹ ਹੈਰਾਨ ਹੋ ਰਿਹਾ ਵੀ ਇਹਨਾਂ ਨੇ ਕਦੇ ਸਿੱਧਾਂ ਦੀ ਜਮਾਤ ਵਿੱਚ ਬਹਿ ਕੇ ਸਿੱਖਿਆ ਨਹੀਂ ਲਈ, ਕਿਤੇ ਦਸਮ ਦਵਾਰ 'ਚ ਸਵਾਸ ਨਹੀਂ ਚੜਾਏ, ਕਿਤੇ ਉਮਰ ਨਹੀਂ ਵਧਾਈ। ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਗਿਆਨ ਇਹ ਪਚ ਨਹੀਂ ਰਿਹਾ। ਲੋਹਾਰੀਪਾ ਸਿੱਧ ਦੀ ਹੈਰਾਨੀ ਸਤਿਗੁਰਾਂ ਵੱਲ ਵੇਖ ਵੇਖ ਹੋ ਰਹੀ ਹੈ। ਇਹ ਇਕੱਲੇ 10 ਪ੍ਰਾਣਾਂ ਦਾ ਜ਼ਿਕਰ ਨਹੀਂ ਕਰਦੇ, ਇਹ ਪ੍ਰਾਣ ਕਿੱਥੇ ਕਿੱਥੇ ਰਹਿੰਦੇ ਆ। ਸਾਡੇ ਸਰੀਰ ਦੇ ਵਿੱਚ ਹਵਾ ਹੈ ਜਿਹਨੂੰ ਅਸੀਂ ਪ੍ਰਾਣ ਕਹਿੰਦੇ ਹਾਂ, ਸਵਾਸਾਂ ਨਾਲ ਲਈ ਜਾਂਦੀ ਹੈ। ਇਹ ਸਵਾਸ ਬਾਡੀ ਵਿੱਚ 10 ਪ੍ਰਕਾਰ ਦੇ ਹੋ ਕੇ ਕੰਮ ਕਰਦੇ ਆ। ਇੱਕ ਵੀ ਹਵਾ ਖਰਾਬ ਹੋ ਜੇ, ਇੱਕ ਵੀ ਸਰੀਰ ਰੋਗੀ ਹੈ। ਜਗਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ
ਨਾਭੀ ਦੇ ਵਿੱਚ ਸਮਾਨ ਨਾਮ ਦੀ ਪੌਣ 8 ਪੈਰ ਰਹਿੰਦੀ, ਉਹ ਪੌਣ ਹੈ ਜਦੋਂ ਮਨੁੱਖ ਸਰੀਰ ਛੱਡਦਾ ਹੈ ਉਹਦੇ ਮਰਨ ਤੋਂ 6 ਮਹੀਨੇ ਪਹਿਲਾਂ ਨਾਭੀ ਦੇ ਵਿੱਚੋਂ ਗੰਢ ਖੁੱਲਣੀ ਸ਼ੁਰੂ ਹੋ ਜਾਂਦੀ ਹੈ। ਭਾਵੇਂ ਉਹ ਹਾਦਸੇ 'ਚ ਮਰੇ ਕੋਈ, ਭਾਵੇਂ ਉਹ ਸੁਭਾਵਿਕ ਮੌਤ ਮਰੇ, ਮਰਨ ਵਾਲੇ ਨੂੰ ਨਹੀਂ ਪਤਾ ਮੈਂ ਮਰ ਜਾਣਾ ਹੈ, ਪਰ ਕੁਦਰਤ ਦਾ ਸਿਸਟਮ ਜਾਣਦਾ ਹੈ। ਉਹ ਓਨੇ ਦਿਨ ਪਹਿਲਾਂ ਉਹ ਗੰਢ ਖੋਲ ਦਿੰਦਾ ਹੈ, ਜਿਸ ਕਰਕੇ ਪ੍ਰਾਣ ਨਿਕਲੇ ਹੋਏ ਮੁੜ ਵਾਪਸ ਆਉਂਦੇ ਨਹੀਂ। ਨਾਭ ਮੈਂ ਸਮਾਨ ਕੰਠ ਵਿਖੇ ਉਦਿਆਨ ਸੋ। ਹੁਣ ਨਾਭੀ ਦੇ ਵਿੱਚ ਸਮਾਨ ਨਾਮ ਉਸ ਪੌਣ ਦਾ ਨਾਮ ਹੈ ਜਿਹਨੂੰ ਪ੍ਰਾਣ ਕਹਿੰਦੇ ਆ। ਇਹ 10 ਪ੍ਰਾਣ ਨੇ, ਪ੍ਰਾਣ ਇੱਕ ਨਹੀਂ ਹੈ। ਇਸੇ ਕਰਕੇ ਬੰਦੇ ਦੇ ਜਦੋਂ ਪ੍ਰਾਣ ਛੁੱਟਦੇ ਆ ਨਾ, ਦਰਦ ਹੁੰਦਾ ਏ, ਤੜਫਦਾ ਏ, ਸਮਾਂ ਲੱਗਦਾ ਹੈ, ਕਿਉਂਕਿ ਪ੍ਰਾਣ ਇੱਕ ਨਹੀਂ 10 ਤਰ੍ਹਾਂ ਦੇ ਨਿਕਲਣੇ। ਕੰਠ ਵਿੱਚ ਉਦਿਆਨ ਹੈ, ਜਿਸ ਕਰਕੇ ਅਸੀਂ ਬੋਲਦੇ ਹਾਂ, ਜਿਸ ਕਰਕੇ ਸਾਡੀ ਆਵਾਜ਼ ਹੈ, ਇਹ ਉਦਿਆਨ ਨਾਮ ਦੀ ਹਵਾ ਹੈ, ਜਿਹਦੇ ਕਰਕੇ ਸਾਰਾ ਸਿਸਟਮ ਜ਼ੁਬਾਨ ਦਾ ਚੱਲਦਾ ਹੈ। ਅੰਦਰੋਂ ਉਹ ਉਦਿਆਨ ਗਲ ਕੋਲ ਆ ਕੇ ਸੁਰੀਲੀ ਆਵਾਜ਼ ਦੇ ਰਹੀ ਹੈ, ਪਰ ਸਾਰੀ ਕਲਾਕਾਰੀ ਇਸੇ ਦੀ ਹੈ। ਇਹ ਉਦੋਂ ਤੱਕ ਹੀ ਨੇ ਜਦੋਂ ਤੱਕ ਸਵਾਸ ਚੱਲਦੇ ਨੇ। ਸਵਾਸ ਚੱਲਣ ਤੋਂ ਬਾਅਦ ਸਭ ਕੁਝ ਅਲੋਪ ਹੋ ਜਾਂਦਾ ਏ। ਵਿਆਪਕ ਬਿਆਨ ਤਨ, ਪੂਰੇ ਸਰੀਰ ਦੇ ਵਿੱਚ ਜਿਹੜੀ ਹਵਾ ਵਿਆਪਦੀ ਹੈ, ਜਿਹਦੇ ਨਾਲ ਸਾਡੀ ਬਾਡੀ 'ਚ ਲੰਗਸ ਕੰਮ ਕਰਦੇ ਆ, ਹਾਰਟ ਕੰਮ ਕਰਦਾ ਹੈ, ਪ੍ਰੋਪਰ ਬਲੱਡ ਦਾ ਫਲੋ ਚੱਲਦਾ ਹੈ। ਆਕਸੀਜਨ ਹੈ ਇੱਕ ਹਵਾ ਹੈ, ਕਈ ਤਰ੍ਹਾਂ ਦੇ ਅਣੂ ਤੋੜ ਕੇ ਕੰਮ ਕਰਦੀ ਹੈ, ਪੂਰੀ ਬਾਡੀ ਵਿੱਚ ਉਹਦੇ ਕਰਕੇ ਸਰਕਲ ਚੱਲਦਾ ਹੈ। ਉਹ ਹੈ ਸਵਾਸ, ਉਹ ਹੈ ਪ੍ਰਾਣ। ਪਰ ਕੱਲੀ ਆਕਸੀਜਨ ਕਰਕੇ ਸਰੀਰ ਨਹੀਂ ਚੱਲਦਾ। ਕਈ ਵਾਰ ਜਦੋਂ ਅੰਤਲਾ ਸਮਾਂ ਬੰਦੇ ਦਾ ਹਸਪੀਟਲ ਵਿੱਚ ਹੁੰਦਾ ਨਾ, ਵੈਂਟੀਲੇਟਰ ਵੀ ਲੱਗਾ ਹੁੰਦਾ, ਆਕਸੀਜਨ ਵੀ ਲੱਗੀ ਹੁੰਦੀ ਹੈ, ਪ੍ਰੈਸ਼ਰ ਵੀ ਵਧਾਇਆ ਜਾਂਦਾ ਆਕਸੀਜਨ ਦਾ, ਪਰ ਬਚਦਾ ਨਹੀਂ। ਕੀ ਕੱਲੀ ਆਕਸੀਜਨ ਬਚਾਈ ਫਿਰਦੀ ਹੈ? ਨਹੀਂ, ਉਹ ਆਕਸੀਜਨ ਇੱਕ ਬਹਾਨਾ ਹੈ। 10 ਪ੍ਰਕਾਰ ਦੇ ਪ੍ਰਾਣ ਜਿਸਮ ਵਿੱਚ ਕੰਮ ਕਰਦੇ ਆ। ਜਿਉਂ ਨਿਕਲਣੇ ਸ਼ੁਰੂ ਹੁੰਦੇ ਆ ਨਾ, ਫਿਰ ਆਕਸੀਜਨ ਵੀ ਕਿਸੇ ਕੰਮ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਭਾਈ, ਕੰਠ ਵਿੱਚ ਉਦਿਆਨ ਵਸਦੀ ਹੈ, ਜ਼ੁਬਾਨ ਵਿੱਚ, ਜਿਹਦੇ ਕਰਕੇ ਬੋਲਦੇ ਆ। ਉਸ ਹਵਾ ਦਾ ਕੰਮ, ਉਸੇ ਕਰਕੇ ਗਾਇਆ ਜਾਂਦਾ ਹੈ, ਉਸੇ ਕਰਕੇ ਆਵਾਜ਼ ਆਉਂਦੀ ਹੈ। ਗੁਰੂ ਸਾਹਿਬ ਕਹਿੰਦੇ ਭਾਈ, ਇਹ ਵੀ ਉਸ ਪ੍ਰਾਣ ਦਾ ਇੱਕ ਹਿੱਸਾ ਏ। ਨਾਗ ਉਦਗਾਰ ਕਰੇ, ਨਾਗ ਉਦਗਾਰ ਕਰੇ। ਨਾਗ ਪੌਣ ਦਾ ਨਾਮ ਹੈ, ਹਵਾ ਦਾ ਨਾਮ ਹੈ, ਜਿਹਨੂੰ ਕਹਿੰਦੇ ਆ ਉਬਾਸੀਆਂ। ਸਾਡੇ ਜਿਸਮ 'ਚ ਉਬਾਸੀ ਹੈ, ਇੱਕ ਹਵਾ ਦਾ ਰੂਪ ਹੈ। ਜਦ ਇਹ ਉਬਾਸੀ ਆਉਂਦੀ ਹੈ, ਮਨੁੱਖ ਦਾ ਸਰੀਰ ਫਰੈਸ਼ ਹੋ ਜਾਂਦਾ ਹੈ। ਪਰ ਹੈ ਇੱਕ ਪੌਣ ਹੈ ਇੱਕ ਹਵਾ ਹੈ, ਜੋ ਸਾਡੇ ਸਰੀਰ 'ਚੋਂ ਹੀ ਪ੍ਰਗਟ ਹੋਈ ਆ, ਮੁਖ 'ਚੋਂ ਨਿਕਲੀ ਹੈ, ਤੇ ਪਤਾ ਲੱਗ ਜਾਂਦਾ ਹੈ ਬੰਦਾ ਦਲਿੱਦਰ ਪਾਈ ਬੈਠਾ। ਇਹਨੂੰ ਤਾਜ਼ਗੀ ਚਾਹੀਦੀ ਹੈ, ਉਹ ਥਕਾਵਟ ਦੀ ਹਵਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ, ਇਹ ਸਾਰੀਆਂ ਨੇ, ਇਹਦੇ ਵਿੱਚ ਇਹਨੂੰ ਕਹਿੰਦੇ ਆ ਨਾਗ, ਇਹਦਾ ਨਾਮ ਹੈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਇਹ ਸੁਣ ਰਹੇ ਨੇ ਨਾ, ਉਹ ਹੈਰਾਨ ਹੋ ਰਹੇ ਨੇ। ਸਿੱਧ ਲੋਹਾਰੀ ਭਾਜੀ ਵੀ ਇਹ ਵਿਦਿਆ ਸਿਰਫ ਅਸੀਂ ਜਾਣਦੇ ਆ, ਇਹਨਾਂ ਨੂੰ ਕਿਹਨੇ ਸਿਖਾਈ ਹੈ? ਪੂਰਮ ਸੋ ਲੋਚਨ ਕੀ ਪਲਕ ਖੁਲਾਨ ਸੋ। ਅਗਲੀ ਹੈ ਪੂਰਮ, ਜਿਹਦੇ ਕਰਕੇ ਮਨੁੱਖ ਦੀਆਂ ਅੱਖਾਂ ਖੁੱਲਦੀਆਂ ਨੇ। ਲੋਚਨ ਨਾਮ ਨੇਤਰਾਂ ਦਾ ਹੈ, ਪਲਕ ਨਾਮ ਆ ਸਾਡੀਆਂ ਪਲਕਾਂ ਦਾ। ਜਦ ਪੂਰਮ ਨਾਮ ਦੀ ਹਵਾ ਸਾਡੇ ਜਿਸਮ 'ਚ ਕੰਮ ਕਰਦੀ ਹੈ ਨਾ, ਆ ਸਾਡੀ ਪਲਕ ਆਪੇ ਖੁੱਲਦੀ ਆਪੇ ਬੰਦ ਕਰਦੀ, ਨੂੰ ਅਸੀਂ ਥੋੜੀ ਚਲਾ ਰਹੇ ਹਾਂ। ਇੱਕ ਹਾਰਟ ਬੀਟ ਤੇ ਦੂਜੀਆਂ ਪਲਕਾਂ ਅੱਖ ਦੀਆਂ। ਕਦੇ ਸੋਚਿਆ ਤੁਸੀਂ ਵੀ ਆ ਪਲਕਾਂ ਮੈਂ ਨਹੀਂ ਹਿਲਾ ਰਿਹਾ, ਆਪਣੇ ਆਪ ਹਿਲਦੀਆਂ ਨੇ, ਹੁਣ ਮੈਂ ਰੋਕੂੰ, ਹੁਣ ਮੈਂ ਚਲਾਊਂ, ਕਿੰਨੀ ਕੁ ਦੇਰ ਦਿਲ ਲਾ ਲਓਗੇ ਇਹਦੇ ਨਾਲ? ਨਹੀਂ, ਆਪਣੇ ਆਪ। ਕਿਹਦੇ ਨਾਲ ਚੱਲਦੀਆਂ ਨੇ? ਪੌਣ ਨਾਲ, ਜਿਹਨੂੰ ਪੂਰਮ ਕਹਿੰਦੇ ਆ। ਜੇ ਉਹ ਹਵਾ ਅੰਦਰੋਂ ਨਿਕਲ ਜਾਏ, ਕਦ ਨਿਕਲਦੀ ਹੈ? ਜਦ ਬੰਦਾ ਬੇਹੋਸ਼ ਹੋ ਕੇ ਡਿੱਗ ਜਾਂਦਾ, ਉਦੋਂ ਪਲਕਾਂ ਝਪਕਦਾ ਨਹੀਂ।
ਜਦ ਕਿ ਮਨੁੱਖ ਗਹਿਰੀ ਨੀਂਦ ਵਿੱਚ ਚਲਿਆ ਜਾਏ, ਗਹਿਰੀ ਨੀਂਦ ਜਿਹਨੂੰ ਕੋਮਾ ਕਹਿੰਦੇ ਆ, ਪਲਕਾਂ ਨਹੀਂ ਝਪਕਦੀਆਂ। ਕਿਉਂ? ਕਿਉਂਕਿ ਉਸ ਵੇਲੇ ਇਸ ਹਵਾ ਦਾ ਸਰਕੂਲੇਸ਼ਨ ਰੁਕ ਜਾਂਦਾ ਏ, ਜਿਹਦੇ ਕਰਕੇ ਅੱਖਾਂ ਦੀਆਂ ਪਲਕਾਂ ਹਿਲਦੀਆਂ ਨੇ। ਯੋਗੀਆਂ ਨੇ 10 ਤਰ੍ਹਾਂ ਦੇ ਪ੍ਰਾਣ ਲਿਖੇ ਆ, ਤੁਸੀਂ ਵੇਖੋ ਪ੍ਰਾਣ ਕਿੱਥੇ ਕਿੱਥੇ ਕੰਮ ਕਰਦੇ। ਸਾਨੂੰ ਤੇ ਲੱਗਦਾ ਹੈ ਪ੍ਰਾਣ ਨਿਕਲ ਗਏ ਤੇ ਜ਼ਿੰਦਗੀ ਖਤਮ। ਐਡਾ ਵੱਡਾ ਸਰੀਰ ਹੈ, ਇੱਕ ਸਾਹ ਤੋਂ 10 ਪ੍ਰਾਣ ਬਣੇ ਨੇ, ਉਹ 10 ਥਾਵਾਂ ਤੇ ਕਿੱਥੇ ਕਿੱਥੇ ਵਸੇ ਹੋਏ ਆ। ਕਿਉਂਕਿ ਕੱਲ ਬਹੁਤ ਜ਼ਿਆਦਾ ਵਿਸਥਾਰ ਹੋਇਆ, ਅੱਜ ਨਹੀਂ ਕਰਨਾ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਅੱਖਾਂ ਦੀਆਂ ਪਲਕਾਂ ਵੀ ਇੱਕ ਹਵਾ ਕਰਕੇ ਚੱਲਦੀਆਂ ਨੇ। ਜੇ ਉਹ ਹਵਾ ਰੁਕ ਜਾਏ, ਜਿਹਨੂੰ ਪੂਰਨ ਕਹਿੰਦੇ ਆ, ਪਲਕਾਂ ਕੰਮ ਨਹੀਂ ਕਰਦੀਆਂ, ਮਨੁੱਖ ਝਪਕ ਨਹੀਂ ਸਕਦਾ। ਕ੍ਰਿਕਲ ਉਪਾਏ ਛਿਕ ਦੇਵਦੱਤ ਜੰਪਣ ਕੀ। ਕਹਿੰਦੇ ਫੇਰ ਕ੍ਰਿਕਲ ਹਵਾ ਦਾ ਨਾਮ ਹੈ, ਪ੍ਰਾਣ ਦਾ ਨਾਮ ਹੈ, ਜਿਹਦੇ ਕਰਕੇ ਛਿੱਕਾਂ ਆਉਂਦੀਆਂ ਨੇ। ਛਿੱਕਾਂ, ਹੁਣ ਛਿੱਕ ਇੱਕ ਹਵਾ ਦਾ ਰੂਪ ਹੈ। ਜਿਸ ਵੇਲੇ ਹਰ ਬੰਦਾ ਛਿੱਕ ਮਾਰਦਾ ਨਾ, ਉਹ ਮੌਤ ਦੇ ਕਰੀਬ ਤੋਂ ਹੋ ਕੇ ਮੁੜ ਕੇ ਆਉਂਦਾ ਹੈ। ਸ਼ਾਇਦ ਸਾਨੂੰ ਨਾ ਪਤਾ ਹੋਵੇ, ਪਰ ਕਦੇ ਗੋਰਿਆਂ ਨੂੰ ਵੇਖਿਓ, ਜਦੋਂ ਕੋਈ ਛਿੱਕ ਮਾਰਦਾ ਹੈ ਉਹ ਕਹਿੰਦੇ ਗੋਡ ਬਲੈਸ ਯੂ, ਥੈਂਕ ਗੋਡ, ਧੰਨਵਾਦ ਰੱਬ ਦਾ। ਕਿਉਂ ਕਰਦੇ ਆ ਜੀ? ਜ਼ਿੰਦਗੀ ਦੇ ਵਿੱਚ ਕਦੇ ਵੀ ਬੰਦੇ ਦਾ ਹਾਰਟ ਨਹੀਂ ਰੁਕਦਾ, ਜਿੱਦਣ ਰੁਕਦਾ ਭੋਗ ਹੀ ਪੈਂਦਾ। ਪਰ ਛਿੱਕ ਇਹੋ ਜਿਹੀ ਚੀਜ਼ ਹੈ, ਰਿਸਰਚ ਕਰੋ ਕਦੇ, ਜਿਸ ਟਾਈਮ ਤੇ ਛਿੱਕ ਆਉਂਦੀ ਆ ਨਾ, ਉਸ ਵੇਲੇ ਹਾਰਟ ਪੰਪ ਕਰਨਾ ਬੰਦ ਕਰ ਦਿੰਦਾ ਏ। ਸ਼ੁਕਰ ਕਰੀਏ ਉਸ ਪਰਮਾਤਮਾ ਦਾ, ਛਿੱਕ ਮਾਰਨ ਤੋਂ ਬਾਅਦ ਇਹ ਧੜਕਣ ਫੇਰ ਸ਼ੁਰੂ ਹੋ ਜਾਂਦੀ ਹੈ। ਉਸ ਸੈਕਿੰਡ ਦੇ ਲਈ ਨਾ ਛਿੱਕ ਮਾਰਦੇ ਆ, ਧੜਕਣ ਰੁਕਦੀ ਹੈ। ਆਪਾਂ ਕਹਿੰਦੇ ਆ ਨਾ ਸਾਰੀ ਜ਼ਿੰਦਗੀ ਬੰਦੇ ਦੀ ਧੜਕਣ ਨਹੀਂ ਰੁਕਦੀ, ਇੰਜਣ ਵਾਂਗ ਹੀ ਹਾਰਟ ਚੱਲਦਾ ਸਾਡਾ, ਪਰ ਰੁਕਦਾ ਉਦੋਂ ਆ ਜਦੋਂ ਛਿੱਕ ਵੱਜਦੀ ਹੈ ਤੇ ਬੰਦਾ ਮੌਤ ਦੇ ਮੂੰਹ ਚੋਂ ਜਾ ਕੇ ਵਾਪਸ ਹੀ ਆਉਂਦਾ। ਪਰ ਸਾਡੇ ਲਈ ਤੇ ਛਿੱਕ ਹੈ, ਸੋਚਦੇ ਨਹੀਂ। ਸ਼ੁਕਰ ਉਦੋਂ ਪਰਮਾਤਮਾ ਦਾ ਕਰੋ ਜਦੋਂ ਛਿੱਕ ਆਵੇ, ਰੱਬਾ ਇਸ ਧੜਕਣ ਨੂੰ ਤੂੰ ਮੁੜ ਤੋਂ ਫੇਰ ਚਲਾਤਾ। ਦੇਵਦੱਤ ਜੰਬਣੇਗੀ। ਦੇਵਦੱਤ ਪਾਉਣ ਕਿਹੜੀ ਹੈ? ਜਿਹਦੇ ਕਰਕੇ ਨਿਭਾਈ ਆਉਂਦੀ ਹੈ, ਉਬਾਸੀ ਵੀ ਆ ਜਾਂਦੀ ਹੈ, ਨੀਂਦ ਆਉਂਦੀ ਹੈ। ਕਹਿੰਦੇ ਇਹ ਉਹ ਪਾਉਣ ਹੈ, ਇਹ ਉਹ ਹਵਾ ਏ ਜਿਸ ਕਰਕੇ ਬੰਦਾ ਦਲਿੱਦਰੀ ਹੁੰਦਾ ਹੈ। ਇਹ ਪ੍ਰਾਣ ਨੇ। ਯੋਗ ਮਤ ਵਿੱਚ 10 ਪ੍ਰਕਾਰ ਦੇ ਪ੍ਰਾਣ ਮੰਨੇ ਹੋਏ ਆ, ਤੇ ਗੁਰੂ ਬਾਬਾ ਜੀ ਇੱਕ ਇੱਕ ਕਰਕੇ ਸੁਣਾਉਂਦੇ ਆ। ਕਹਿੰਦੇ ਛਿੱਕਾਂ ਵੀ ਪ੍ਰਾਣਾਂ ਦਾ ਰੂਪ ਨੇ, ਤੇ ਜਿਸ ਵੇਲੇ ਛਿੱਕ ਆਉਂਦੀ ਆ ਤੇ ਬੰਦੇ ਦਾ ਸਾਰਾ ਜਿਸਮ ਹਿੱਲ ਜਾਂਦਾ ਹੈ, ਹਿੱਲ ਜਾਂਦਾ ਸਰੀਰ ਸਾਰਾ। ਤੇ ਜੇ 5-7 ਛਿੱਕਾਂ ਆ ਜਾਣ ਤੇ ਲੋਕੀ ਪਤਾ ਕੀ ਕਹਿੰਦੇ ਡਾਕਟਰ ਨੂੰ? ਕਹਿੰਦੇ ਜੇ ਮਰਨ ਵਾਲਾ ਹੋਇਆ ਪਿਆ ਛੇਤੀ ਦਵਾਈ ਦੇ ਦਿਓ। ਬਾਰ-ਬਾਰ ਹਾਰਟ ਰੁਕ ਰਿਹਾ ਹੈ, ਵਾਰ-ਵਾਰ ਦਿਲ ਕੰਮ ਛੱਡ ਰਿਹਾ ਹੈ। ਉਹ ਤੇ ਰੱਬ ਦੀ ਰਜ਼ਾ ਏ, ਸਵਾਸ ਲਿਖੇ ਹੋਏ ਨੇ, ਜਿਸ ਕਰਕੇ ਅਜੇ ਹਾਰਟ ਫਿਰ ਚੱਲ ਨਹੀਂ ਰਿਹਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਯੋਗੀ ਜੀ ਹੋਰ ਦੱਸੋ? ਕਹਿੰਦਾ ਬਾਬਾ ਇੰਨਾ ਗਿਆਨ, ਇੰਨੀ ਸਮਝ ਇਹ ਤੇ ਸਿੱਧਾਂ ਤੋਂ ਬਿਨਾ ਕਿਸੇ ਕੋਲ ਆ ਨਹੀਂ ਸਕਦੀ, ਤੁਸੀਂ ਕਿੱਥੋਂ ਲੈ ਕੇ ਆਏ ਹੋ? ਪਾਤਸ਼ਾਹ ਕਹਿੰਦੇ ਤੂੰ ਇਹ ਸਵਾਲ ਨਾ ਕਰ, ਤੂੰ ਆਪਣੇ ਵੱਲੋਂ ਹੋਰ ਪੁੱਛ ਕੀ ਪੁੱਛਣਾ, ਕਿਉਂਕਿ ਤੂੰ ਸ਼ਰਤ ਲਾ ਕੇ ਆਇਆ ਨਾ, ਤੁਹਾਨੂੰ ਹਰਾ ਦਿਆਂਗਾ ਤੇ ਤੁਸੀਂ ਮੈਨੂੰ ਸਿੱਧ ਮੰਨਿਓ, ਗੁਰੂ ਮੰਨਿਓ। ਜੇ ਤੁਸੀਂ ਹਾਰ ਗਏ ਤੇ ਤੁਹਾਨੂੰ ਵਾਪਸ ਜਾਣਾ ਪੈਣਾ ਤੇ ਮੌਤ ਦੇ ਮੂੰਹ 'ਚ ਜਾਣਾ ਪੈਣਾ। ਪਰ ਗੁਰੂ ਪਾਤਸ਼ਾਹ ਤੇ ਪਲਾਂ ਦੇ ਵਿੱਚ ਜਵਾਬ ਦੇ ਰਹੇ ਨੇ, ਕਹਿੰਦੇ ਭਾਈ ਛਿੱਕਾਂ ਵੀ ਪ੍ਰਾਣ ਦਾ ਹਿੱਸਾ ਨੇ। ਜਦੋਂ ਛਿੱਕ ਆਉਂਦੀ ਬੰਦਾ ਕਹਿੰਦਾ ਹਾਏ ਯਾਰ ਮੇਰੇ ਤੇ ਪ੍ਰਾਣ ਹੀ ਨਿਕਲ ਗਏ, ਜਾਨ ਹੀ ਨਿਕਲੀ ਪਈ ਹੈ। ਉਬਾਸੀਆਂ ਤੋੜ ਦਿੰਦੀਆਂ ਨੇ ਸਰੀਰ ਨੂੰ ਜਦ ਆਉਂਦੀਆਂ ਨੇ। ਉਬਾਸੀ ਤੇ ਇਹੋ ਜਿਹਾ ਸ਼ਬਦ ਹੈ, ਇਹਦਾ ਨਾਂ ਲੈ ਲਓ। ਆ ਤੁਹਾਡੇ ਚ ਪਿੱਛੇ ਇਸ ਟਾਈਮ ਕਿੰਨੇ ਹੋਣੇ ਜਿਹੜੇ ਮੂੰਹ ਅੱਡੀ ਬੈਠੇ ਆ? ਸਹੀ ਗੱਲ ਹੈ, ਅਸੀਂ ਉੱਚੇ ਬੈਠੇ ਹੁੰਦੇ ਆ ਸਟੇਜ ਤੇ, ਸਾਨੂੰ ਸਾਰੇ ਦਿਸਦੇ ਹੁੰਦੇ ਆ ਕਿਹੜਾ ਬਾਸੀਆਂ ਲੈਂਦਾ, ਗੋਡੇ ਮੁੱਦੇ ਸਿੱਧੇ ਜੇ ਕਰੀ ਜਾਂਦਾ। ਕਈ ਤੇ ਵਿਚਾਰੇ ਨਾਲ ਨੀਂਦ ਪੂਰੀ ਕਰ ਲੈਂਦੇ ਜਦੋਂ ਅੱਖ ਜੀ ਖੁੱਲ੍ਹਦੀ, ਅੱਛਾ ਵਾਹਿਗੁਰੂ ਬਹੁਤ ਸੋਹਣੀ ਕਥਾ ਬਾਬਾ ਜੀ, ਆਨੰਦ ਆ ਗਿਆ। ਔਰ ਪਿਛਲੀ ਵਾਰ ਵੀ ਇੱਕ ਭਾਈ ਸਾਹਿਬ ਸੁੱਤੇ ਪਏ ਸੀ, ਮੈਂ ਵੇਖੀ ਗਿਆ, ਮੈਂ ਚੱਲ ਕੋਈ ਨਹੀਂ ਆਨੰਦ ਲੈਣ ਤੋਂ, ਘਰੇ ਲੜਦੇ ਲੁੜਦੇ ਹੋਣੇ ਜਿਹੜੇ ਇੱਥੇ ਸੌਂ ਜਾਂਦੇ ਆ। ਬਾਹਰ ਨਿਕਲ ਕੇ ਪਤਾ ਕੀ ਕਹਿੰਦੇ? ਕਹਿੰਦੇ ਬਾਬਾ ਜੀ ਅੱਜ ਤੇ ਨਜ਼ਾਰਾ ਆ ਗਿਆ। ਮੈਂ ਕਿਹਾ ਚੱਲ ਜੇ ਇਹਨੂੰ ਕਹਿਤਾ ਵੀ ਸੌਂ ਕੇ ਆਇਆ ਤੇ ਤਾਂ ਗੱਲ ਪੈ ਜੂ। ਬਹੁਤ ਸੋਹਣਾ ਜੀ, ਥੈਂਕ ਯੂ ਤੁਹਾਡਾ, ਤੁਸੀਂ ਬੜੇ ਪਿਆਰ ਨਾਲ ਸੁਣਦੇ ਹੋ।
ਹੁਣ ਇੱਥੋਂ ਤੇ ਦਿਸਦਾ ਨਾ ਵੀ ਨਜ਼ਾਰਾ ਕਥਾ ਦਾ ਆਇਆ ਕਿ ਸੁਣਨ ਦਾ ਆਇਆ, ਆਪਣਾ ਆਪਣਾ ਹੈ। ਉਬਾਸੀ ਸ਼ਬਦ ਐਸਾ ਹੈ, ਲੈ ਵੀ ਦੋਗੇ ਤੇ ਤਾਂ ਵੀ ਆਜੂ। ਤੇ ਕੋਈ ਟੀਵੀ ਤੇ 20 ਸਾਲ ਪੁਰਾਣੀ ਮੂਵੀ ਲਾ ਦਿਓ, ਚ ਕੋਈ ਵਾਸੀ ਲਵੇ ਤੇ ਉਹਦੀ ਮੂੰਹ ਵੱਡਿਆ ਜਾਂਦਾ, ਸਾਹਮਣੇ ਲੈ ਲੈ 100 ਕਿਲੋਮੀਟਰ ਤੇ ਬੈਠਾ ਲੈ ਲੈ ਤਸਵੀਰ ਆ ਜੇ, ਉਸੇ ਵੇਲੇ ਉਹ ਪਾਉਣ ਹਰਕਤ ਕਰਨੀ ਸ਼ੁਰੂ ਕਰ ਦਿੰਦੀ ਹੈ। ਇਹ ਪ੍ਰਾਣ ਨੇ 10 ਪ੍ਰਕਾਰ ਦੇ ਪ੍ਰਾਣ। ਪ੍ਰਾਣ ਇੱਕ ਨਹੀਂ ਹੈ, ਅਸਲ ਪ੍ਰਾਣ ਨੇ ਜਿਹੜੇ ਨਾਭੀ ਤੋਂ ਲੈ ਕੇ ਹਿਰਦੇ ਤੱਕ ਨੇ। ਜਦੋਂ ਨਿਕਲ ਜਾਂਦੇ ਨੇ ਸਰੀਰ ਖਾਲੀ ਰਹਿ ਜਾਂਦਾ, ਉਹਨਾਂ ਚੋਂ ਇੱਕ ਪਾਉਣ ਹੈ, ਮਰਿਆਂ ਤੋਂ ਬਾਅਦ ਵੀ ਸਰੀਰ 'ਚ ਰਹਿੰਦੀ ਹੈ ਪ੍ਰਾਣਾਂ ਦਾ ਇੱਕ ਹਿੱਸਾ। ਇਹੀ ਕਾਰਨ ਹੈ ਸਨਾਤਨ ਮਤ ਦੇ ਜਿਹੜੇ ਲੋਕ ਨੇ ਨਾ, ਜਿਹਨੂੰ ਕਪਾਲ ਕਿਰਿਆ ਕਹਿੰਦੇ ਆ, ਸ਼ਾਇਦ ਤੁਹਾਡੇ 'ਚ ਕਿਸੇ ਨੂੰ ਪਤਾ ਹੋਵੇ। ਜਦੋਂ ਕੋਈ ਮਰ ਜਾਂਦਾ ਨਾ, ਚਲੋ ਬ੍ਰਾਹਮਣ ਕਰਦੇ ਆ, ਸਿੱਖ ਪੰਥ 'ਚ ਇਹ ਚੀਜ਼ਾਂ ਨਹੀਂ ਨੇ। ਉਹਨਾਂ ਦਾ ਮੰਨਣਾ ਵੀ ਬੰਦੇ ਦੇ ਸਵਾਸ ਦਸਮ ਦੁਆਰ 'ਚ ਅਟਕ ਜਾਂਦੇ ਨੇ। ਸਿਰ ਵਾਲੇ ਪਾਸੇ ਤੋਂ ਲੱਗੀ ਹੋਈ ਅੱਗ ਹੋਵੇ ਨਾ, ਜਦੋਂ ਸਿਰ 'ਚ ਡੰਡਾ ਮਾਰਦੇ ਪਿੱਛੋਂ, ਤੁਸੀਂ ਵੇਖਿਆ ਹੋਣਾ ਕਿਤੇ, ਆਮ ਹੁੰਦਾ ਸਨਾਤਨ ਮਤ ਦੇ ਲੋਕ ਕਰਦੇ ਆ, ਬਾਂਸ ਰੱਖਿਆ ਹੁੰਦਾ ਹੈ ਵੀ ਹੁਣ ਇਹ ਵਿਚਾਰਾ ਮਰਿਆ, ਇਹ ਮਰਿਆ ਪਿਆ ਰਹਿਣ ਤੋਂ ਕਿਉਂ ਸਿਰ ਪਾੜਨ ਲੱਗੇ ਹੋਣੇ। ਕਹਿੰਦੇ ਨਾ ਨਾ, ਇੱਥੇ ਸਵਾਸ ਰਹਿ ਗਏ ਇਹਦੇ, ਵੀ ਜਦੋਂ ਮਾਚੀ ਜਾਣਾ, ਸਾੜੀ ਜਾਣਾ ਤੇ ਸਵਾਸ ਭੜੂਏ ਦੇ ਕਿੱਥੇ ਰਹਿਣਗੇ। ਡੰਡਾ ਮਾਰਨਾ ਸਿਰ 'ਚ, ਉਹਨੂੰ ਕਹਿੰਦੇ ਕਪਾਲ ਕਿਰਿਆ। ਕਿਉਂ ਕਰਦੇ ਆ? ਇਹ ਮਤ ਜੋਗੀਆਂ ਤੋਂ ਚੱਲਿਆ ਹੋਇਆ। ਜਦ ਮਨੁੱਖ ਮਰਦਾ ਹੈ, ਕਹਿੰਦੇ ਇਹਦੇ ਸਰੀਰ ਵਿੱਚੋਂ 9 ਪ੍ਰਕਾਰ ਦੇ ਪ੍ਰਾਣ ਨਿਕਲ ਜਾਂਦੇ ਨੇ, ਇੱਕ ਤਰ੍ਹਾਂ ਦੀ ਹਵਾ ਰਹਿ ਜਾਂਦੀ ਹੈ। ਤੇ ਲੋਹਾਰੀ ਪਾਤੇ ਚੱਕਰਾਂ 'ਚ ਪਿਆ ਹੋਇਆ ਮਰਦ ਨੂੰ ਵੇਖ ਕੇ ਵੀ ਇਹ ਤੇ ਸਾਡੇ ਰਗ ਰਗ ਤੋਂ ਬੇਤੀ ਨੇ। ਮੈਂ ਤੇ ਕਿਹਾ ਸੀ ਇਹ ਯੋਗ ਮਤ ਦੇ ਨੇੜੇ ਨਹੀਂ ਆ ਸਕਦੇ, ਸਵੇਰ ਤੇ ਪਤਾ ਨਹੀਂ ਕਿਵੇਂ ਆ ਗਏ। ਇਹਨਾਂ ਨੂੰ ਹਰਾ ਦਾਂਗਾ, ਇਹਨਾਂ ਨੂੰ ਝੁਕਾ ਦਿਆਂਗਾ। ਇਹ ਤੇ 10 ਪ੍ਰਕਾਰ ਦੇ ਪ੍ਰਾਣ ਮੂੰਹ ਜਵਾਨੀ ਰੱਟੀ ਫਿਰਦੇ ਨੇ। ਮ੍ਰਿਤ ਭੇਦ ਨੰਜੈ ਰਹੇ, ਇਹੀ 10 ਪ੍ਰਾਨ ਸੋ। ਪਾਤਸ਼ਾਹ ਕਹਿੰਦੇ ਧਨੰਜੈ ਨਾਮ ਦੀ ਜਿਹੜੀ ਪਾਉਣ ਆ ਨਾ, ਹਵਾ, ਮਰਿਆਂ ਤੋਂ ਬਾਅਦ ਮਨੁੱਖ ਦੇ ਸਰੀਰ ਵਿੱਚ ਰਹਿੰਦੀ ਹੈ। ਜੇ ਉਹਦਾ ਸੰਸਕਾਰ ਨਾ ਕੀਤਾ ਜਾਏ, ਉਹ ਫੁੱਲਣ ਲੱਗ ਪੈਂਦੇ, ਬਿਲਕੁਲ ਆਫਰ ਜਾਂਦਾ ਹੈ। ਹੌਲੀ ਹੌਲੀ ਉਹ ਧਨੰਜੈ ਪਾਉਣ ਕਰਕੇ ਮਨੁੱਖ ਦੇ ਚਿਹਰੇ ਦਾ ਰੰਗ ਕਾਲਾ ਹੋਣ ਲੱਗ ਜਾਂਦਾ ਹੈ, ਹਵਾ ਭਰ ਜਾਂਦੀ ਹੈ। ਕਈ ਵਾਰ ਹਾਲਾਤ ਇਦਾਂ ਦੇ ਵੀ ਹੋ ਜਾਂਦੇ ਆ, 2-2 3-3 ਦਿਨ ਸੰਸਕਾਰ ਨਾ ਕਰੋ ਤੇ ਜਦੋਂ ਬਾਲਣ ਲਾਇਆ ਜਾਂਦਾ ਬਲਾਸਟ ਹੋ ਜਾਂਦਾ ਪਿੰਡ ਦਾ। ਕਿਉਂ ਹੋ ਰਿਹਾ? ਉਹ ਪਾਉਣ ਆਏ ਅੰਦਰ ਧਨੰਜੈ। ਉਹ ਕਿਉਂ ਹੈ? ਉਹਦਾ ਕਾਰਨ ਹੈ, ਜੇ ਉਹ ਪਾਉਣ ਨਾ ਹੋਵੇ ਤੇ ਮਨੁੱਖ ਦਾ ਸਰੀਰ ਗਲੇ ਨਾ, ਉਹਦੇ ਕਰਕੇ ਗਲਦਾ ਹੈ। ਮਨੁੱਖ ਦਾ ਸਰੀਰ ਕਿਤੇ ਪਿਆ, ਤੁਸੀਂ ਆਮ ਵੇਖੋ ਕਿਸੇ ਦੀ ਲਾਸ਼ ਪਈ ਹੈ, 5 ਦਿਨ 4 ਦਿਨ ਮਸਾਂ ਕੱਢਦੀ, ਸੜਨੀ ਸ਼ੁਰੂ ਹੋ ਜਾਂਦੀ, ਕੀੜੇ ਪੈਣ ਲੱਗ ਜਾਂਦੇ ਆ। ਉਹ ਸਭ ਧਨੰਜੈ ਪਾਉਣ ਕਰਕੇ। ਇਹ 10ਵੀਂ ਪਾਉਣ ਜਿਹੜੀ ਮਨੁੱਖ ਦੇ ਸਰੀਰ ਵਿੱਚ ਹੈ, ਜਿਉਂਦੇ ਜੀ ਹੈ, ਮਰਿਆ ਵੀ ਇਹ ਛੱਡ ਕੇ ਨਹੀਂ ਜਾਂਦੀ। ਇਹਦੇ ਕਰਕੇ ਸਰੀਰ 8 ਘੰਟਿਆਂ ਤੱਕ ਤੇ ਇਦਾਂ ਲੱਗਦਾ ਮਰਿਆ ਵੀ ਜਿਵੇਂ ਸੁੱਤਾ ਹੀ ਪਿਆ ਹੁੰਦਾ। ਉਸ ਪਾਉਣ ਕਰਕੇ ਪਹਿਲਾਂ ਫਰੈਸ਼ਨੈਸ ਰੱਖਦੀ ਹੈ, ਡੀਫਰੀਜ਼ ਕਰਕੇ ਰੱਖਦੀ ਹੈ, ਉਸ ਤੋਂ ਬਾਅਦ ਫਿਰ ਉਹੀ ਖਾਣ ਲੱਗ ਪੈਂਦੀ ਹੈ। ਬੈਕਟੀਰੀਆ, ਫੰਗਸ ਉਹਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ, ਇਨਫੈਕਸ਼ਨ ਫੈਲ ਜਾਂਦਾ ਬੋਡੀ 'ਚ। ਧਨੰਜੈ ਕਰਕੇ ਹੈ। ਜਗਤ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਿਆਂ ਤੋਂ ਬਾਅਦ ਇਹ ਪ੍ਰਾਣ ਰਹਿੰਦੇ ਨੇ, ਜਿਹਨੂੰ ਕੱਢਣ ਦੇ ਵਾਸਤੇ ਲੋਕੀ ਕਪਾਲ ਕਿਰਿਆ ਕਰਦੇ ਆ, ਕਪਾਲੀ ਕਰਦੇ। ਕਪਾਲ ਕਹਿੰਦੀ ਖੋਪੜੀ। ਜਦੋਂ ਕਪਾਲ ਕਿਰਿਆ ਹੁੰਦੀ ਹੈ, ਇਤਿਹਾਸ ਵਿੱਚ ਵੀ ਕਈ ਥਾਂ ਤੇ ਉਹਦਾ ਜ਼ਿਕਰ ਆਇਆ ਹੋਇਆ ਹੈ, ਕਿਉਂਕਿ ਬ੍ਰਾਹਮਣੀ ਲੋਕਾਂ ਦੇ ਹੱਥ ਜਦੋਂ ਲੱਗਿਆ, ਉਹਨਾਂ ਲਿਖਤਾ, ਗੁਰੂ ਸਾਹਿਬ ਲਈ ਵੀ ਲਿਖਤਾ। ਸਾਹਿਬ ਕਹਿੰਦੇ ਉਹ ਪਾਉਣ ਮਰਿਆਂ ਤੋਂ ਨਿਕਲਦੀ ਨਹੀਂ, ਸੰਸਕਾਰ ਕੀਤਿਆਂ ਤੋਂ, ਦਫਨ ਕੀਤਿਆਂ ਤੋਂ ਉਹ ਮੁੱਕਦੀ ਹੈ। ਨਿਜਰ ਚੁਆਏ ਧਾਰ, ਤਾਹੀਂ ਤੇ ਅਗਾਈ ਰਹੈ। ਭਾਈ ਇਸ ਕਰਕੇ ਅਸੀਂ ਆਪਣੇ ਨਿਜਰ ਧਾਰ ਚੁਆਇਤ ਨਿਰਮਲ, ਬਾਣੀ ਦਾ ਬਚਨ ਹੈ। ਨਿਜਰ ਕਹਿੰਦੇ ਇੱਕ ਐਸਾ ਅੰਮ੍ਰਿਤ ਰਸ ਸਾਡੇ ਸਰੀਰ ਦੇ ਅੰਦਰ ਹੈ, ਜਿਸ ਕਰਕੇ ਸਾਨੂੰ ਨਾ ਗਮ ਹੈ, ਨਾ ਦੁੱਖ ਹੈ, ਨਾ ਭੁੱਖ ਹੈ। ਕਿਉਂਕਿ ਰੱਬ ਦੇ ਪਿਆਰਿਆਂ ਨੂੰ ਕੋਈ ਰੋਗ ਨਹੀਂ ਹੁੰਦਾ। ਹੁਣ ਜਿਹਦੀ ਅਪਾਨ ਵਿਗੜ ਗਈ, ਉਹਦਾ ਢਿੱਡ ਫੁੱਲਿਆ ਰਹਿੰਦਾ, ਪੇਟ ਗੈਸ ਰਹੇਗੀ, ਕੱਲ ਵੀ ਸੁਣਾਇਆ, ਗੁਦਾ ਤੱਕ ਪ੍ਰੋਬਲਮ ਆਏਗੀ, ਇੰਟਰਨਲ ਬਿਮਾਰੀਆਂ ਹੋਣਗੀਆਂ। ਜਿਹਦੀ ਸਮਾਨ ਵਿਗੜ ਜੇ, ਜਿਹਨੂੰ ਨਾਭੀ ਹਿੱਲਣੀ ਕਹਿੰਦੇ ਆ, ਉਹਦਾ ਸਾਰਾ ਹੀ ਸਰੀਰ ਟੁੱਟਿਆ ਰਹਿੰਦਾ, ਪੈਰ ਦੁਖਣਗੇ, ਲੱਤਾਂ ਦੁਖਣਗੀਆਂ, ਸਿਰ ਦੁਖੂ, ਕੁਝ ਚੰਗਾ ਨਹੀਂ ਲੱਗੂਗਾ। ਉਦਿਆਨ, ਜਿਹਨੂੰ ਉਦਿਆਨ ਹੋ ਜੇ, ਉਹਨੂੰ ਐਸਿਡਿਟੀ ਹੋਣੀ ਸ਼ੁਰੂ ਹੋ ਜੂਗੀ।
ਗਲ ਖਰਾਬ, ਹਰ ਵੇਲੇ ਖੱਟੇ ਫੱਕੇ ਡਕਾਰ ਆਉਣਗੇ। ਤੇ ਹੁਣ ਇਹ ਸੁਣ ਲਓ ਵੀ ਆਪਣੀਆਂ ਤੇ ਲੱਗਦਾ ਨਾ ਹੀ ਹਵਾ ਖਰਾਬ ਰਹੀ ਖੁਦਾ ਜਨਾਬ ਆਈ ਹਾਲ ਆਉਣਾ ਹੈ। ਇੱਥੇ ਤੇ ਇੱਕ ਹਵਾ ਖਰਾਬ ਹੋ ਜੇ ਤੇ ਬੰਦੇ ਦਾ ਹਾਲ ਕੀ। ਇਸੇ ਤੋਂ ਲੋਕ ਕਹਿੰਦੇ ਸੀ ਤੇਰੀ ਹਵਾ ਖਰਾਬ ਹੋਈ। ਹੁਣ ਮੰਨਣਾ ਪੈਣਾ ਵੀ ਅੱਜ ਦੇ ਸਮੇਂ ਸਾਰਿਆਂ ਦੀ ਉਹ ਖਰਾਬ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ 10 ਪ੍ਰਕਾਰ ਦੀਆਂ ਪਾਉਣਾ ਜੋਗੀ ਜੀ ਸਰੀਰ ਵਿੱਚ ਰਹਿੰਦੀਆਂ ਨੇ। 9 ਪ੍ਰਕਾਰ ਦੇ ਪ੍ਰਾਣ ਉੱਡ ਜਾਂਦੇ ਆ, 10ਵਾਂ ਰਹਿ ਜਾਂਦਾ ਹੈ। ਪਰ ਕਹਿੰਦੇ ਸਾਨੂੰ ਫਰਕ ਨਹੀਂ, ਅਸੀਂ ਨਿਜਰ ਧਾਰ ਵਿੱਚ ਰਹਿੰਦੇ ਆ, ਇੱਕ ਰਸ ਵਿੱਚ ਰਹਿੰਦੇ ਆ। ਇਸ ਕਰਕੇ ਬੇਪਰਵਾਹ। ਸਾਡਾ ਤੇ ਸਰੀਰ ਐਡਾ ਬੇਸ਼ਕੀਮਤੀ ਹੈ, ਐਡਾ ਸਿਸਟਮ ਇਹਦੇ ਵਿੱਚ ਲੱਗਾ ਹੋਇਆ ਹੈ। ਅਸੀਂ ਬਾਹਰ ਭੱਜੇ ਫਿਰਦੇ, ਇਹਦਾ ਸੰਭਾਲ ਹੀ ਨਹੀਂ ਕੀਤਾ, ਸ਼ੁਕਰਾਨਾ ਹੀ ਨਹੀਂ ਕੀਤਾ ਰੱਬ ਦਾ ਵੀ ਰੱਬਾ ਮੇਰਿਆ ਤੂੰ ਇੰਨੇ ਫੀਚਰ ਸਾਨੂੰ ਦਿੱਤੇ ਆ, ਸਭ ਕੁਝ ਤੂੰ ਆਪ ਹੀ ਚਲਾਈ ਜਾਂਦਾ ਹੈ। ਬਚਪਨ ਤੋਂ ਜਵਾਨੀ ਆ ਗਈ, ਅੱਜ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਏਦਾਂ ਵੀ ਚੱਲੀ ਜਾਂਦਾ ਹੈ। ਪਰ ਜਿਹਨੇ ਇਹਨੂੰ ਜਾਣ ਲਿਆ ਨਾ, ਉਹ ਹਰ ਪਲ ਹਰ ਸਵਾਸ ਉਹਦਾ ਸ਼ੁਕਰ ਕਰਦਾ ਹੈ। ਹਰ ਸਵਾਸ। ਇਹ ਤੋਂ ਪਹਿਲਾਂ ਮਰਦ ਨੇ ਇਹ ਦੱਸਿਆ ਸੀ ਵੀ ਪੰਖੜੀਆਂ ਕਿੱਥੇ ਕਿੱਥੇ ਨੇ, ਦਸਮ ਦੁਆਰ ਕਿਵੇਂ ਹੈ, ਮੂਲਾਧਾਰ ਚੱਕਰ ਕਿਹੜਾ ਏ, ਕਵਲ ਚੱਕਰ ਕਿਹੜਾ ਏ। ਹੁਣ ਯੋਗੀ ਇਸੇ ਕਰਕੇ ਮੁੱਖ ਵੱਲ ਮੱਝਦੇ ਵੇਖਦਾ ਵੀ ਤੇ ਪ੍ਰਾਣਾਂ ਨੂੰ ਵੀ ਰੱਟੀ ਫਿਰਦੇ ਆ। ਇੱਕ ਵੀ ਗੱਲ ਐਸੀ ਨਹੀਂ ਜਿੱਥੇ ਮੈਂ ਟੋਲ ਸਕਾਂ। ਕਹੋਂ ਅਬ ਪੰਚ ਤਤ ਸੁਣੀਏ ਸੋ ਜਾਣ ਸੋ। ਮਰਦ ਕਹਿੰਦੇ ਆ ਹੁਣ ਸਿੱਧਾ ਤੈਨੂੰ 5 ਤੱਤ ਵੀ ਸੁਣਾ ਦਈਏ। ਇਹਨੇ ਕਿਹਾ, ਕਹਿੰਦਾ ਜੀ 5 ਤੱਤ ਦੱਸੋ ਕਿਹੜੇ ਆ। ਕਹਿੰਦਾ ਦੱਸੋ। ਕੱਲੇ 5 ਤੱਤ ਨਹੀਂ, ਉਹ ਤੇ ਮੈਂ ਸੁਣਾ ਦਿੰਦਾ, ਤੁਸੀਂ ਸਾਰਿਆਂ ਨੂੰ ਪਤਾ 5 ਤੱਤ ਕਿਹੜੇ ਆ। 5 ਤੱਤਾਂ ਦਾ ਕੰਮ ਕੀ ਹੈ, ਉਹਨਾਂ ਦੇ ਗੁਣ ਕਿਹੜੇ ਨੇ। ਕੱਲੇ ਗੁਣ ਨਹੀਂ, ਸੁਭਾਅ ਕੀ ਆ ਉਹਨਾਂ ਦਾ। ਕਿਉਂਕਿ ਹਰ ਤੱਤ ਦਾ ਆਪਣਾ ਗੁਣ ਹੈ ਤੇ ਸੁਭਾਅ। ਮੈਂ ਕੱਲ ਵੀ ਬੇਨਤੀ ਕੀਤੀ ਕਿ ਸੁਭਾਅ ਅਲੱਗ ਚੀਜ਼ ਹੁੰਦੀ ਹੈ, ਗੁਣ ਅਲੱਗ ਚੀਜ਼ ਹੈ। ਤੁਹਾਡੇ 'ਚ ਕੋਈ ਸਕਿੱਲ ਹੈ, ਤੁਹਾਡੇ 'ਚ ਕੋਈ ਗੁਣ ਹੈ, ਉਹਨੇ ਗੁਣ ਹੀ ਰਹਿਣਾ ਹੈ। ਜੋ ਤੁਹਾਡਾ ਸੁਭਾਅ ਹੈ ਨਾ, ਉਹਨੇ ਸੁਭਾਅ ਹੀ ਰਹਿਣਾ ਹੈ। ਸੁਭਾਅ ਕਿਸੇ ਦਾ ਮਾੜਾ ਹੋ ਸਕਦਾ ਪਰ ਗੁਣ ਉਹ 'ਚ ਵੀ ਚੰਗਾ ਹੁੰਦਾ ਕਈ ਵਾਰੀ। ਸੁਭਾਅ ਕਿਸੇ ਦਾ ਚੰਗਾ ਹੋ ਸਕਦਾ ਪਰ ਗੁਣ ਉਹਦੇ ਔਗਣ ਬਣੇ ਹੋਏ ਆ। ਫਿਰ ਵੀ ਕਿਤੇ ਨਾ ਕਿਤੇ ਉਹਤੇ ਭਰੋਸਾ ਜਿਹਾ ਕਰਨਾ ਪੈਂਦਾ ਵੀ ਯਾਰ ਬੰਦਾ ਤੇ ਠੀਕ ਹੈ, ਕੰਮ ਚਲੋ ਜਿਹੋ ਜਿਹਾ ਹੁੰਦਾ ਠੀਕ ਹੈ, ਪਰ ਬੰਦਾ ਮਾੜਾ ਨਹੀਂ। ਗੁਰੂਦੇਵ ਨੂੰ ਆਖਦਾ ਏ ਗਰੀਬ ਨਵਾਜ ਇਹ ਬਾਲਕੋ 5 ਤਰ੍ਹਾਂ ਦੇ ਜਿਹੜੇ ਇਹ ਦੱਸ ਦਿਓ ਮੈਨੂੰ ਕਿਹੜੇ ਆ ਤੱਤ। ਮਰਦ ਕਹਿੰਦੇ ਇਹ ਵੀ ਸੁਣ ਲਓ। ਸਤਿਗੁਰਾਂ ਦੇ ਸਾਹਮਣੇ ਬੈਠਾ ਹੈ ਭਾਈ ਬਾਲਾ ਮਰਦਾਨਾ, ਇਸ ਦ੍ਰਿਸ਼ ਨੂੰ ਵੇਖ ਰਹੇ ਨੇ, ਕੰਨੀ ਸੁਣਦੇ ਹਨ। ਖੰਨ ਕੋਣ ਬਨ ਪਾਣੀ ਸੋਨੀ ਪੰਚ ਤਤ। ਗੁਰੂਦੇਵ ਕਹਿੰਦੇ 5 ਤੱਤਾਂ ਤੋਂ ਬਿਨਾਂ ਸੰਸਾਰ ਵਿੱਚ ਕੁਝ ਵੀ ਨਹੀਂ। ਅੱਗ, ਪਾਣੀ, ਹਵਾ, ਆਕਾਸ਼, ਮਿੱਟੀ। ਮਿੱਟੀ ਦੀ ਥਾਂ ਇੱਥੇ ਧਰਤੀ ਲਿਖੀ ਹੈ ਤੇ ਮਿੱਟੀ ਹੈ। ਹੁਣ ਮਹਾਰਾਜ ਬਾਣੀ ਵਿੱਚ ਕਹਿੰਦੇ ਆ 5 ਤੱਤ ਕਾ ਪੁਤਲਾ ਕੀਆ। 5 ਤੱਤਾਂ ਤੋਂ ਸਾਜੇ। 5 ਹੀ ਤੱਤ ਧਰਤੀ 'ਚ ਸੰਸਾਰ ਵਿਸ਼ਵ ਦੇ ਵਿੱਚ ਨੇ ਤੇ 5 ਹੀ ਸਾਡੇ ਸਰੀਰ ਵਿੱਚ ਨੇ। ਸਾਹਿਬ ਕਹਿੰਦੇ ਆ 5 ਤੱਤ ਨੇ। ਅਸੀਂ ਜੇ 5 ਇਕੱਠੇ ਕਰਾਂਗੇ ਨਾ, ਪਤਾ ਨਹੀਂ ਕੀ ਬਣ ਜਾਣਾ, ਇੱਟ ਪੱਥਰ ਬਣ ਜੂਗਾ। ਮਿੱਟੀ ਲੈ ਲਓ, ਪਾਣੀ ਲੈ ਲਓ, ਕੀ ਬਣਿਆ ਜੀ? ਗਾਰਾ। ਉਹਨੂੰ ਸੁਕਾਉਣ ਵਾਸਤੇ ਹਵਾ 'ਚ ਰੱਖ ਦਿਓ, ਕੀ ਬਣ ਗਈ? ਕੱਚੀ ਇੱਟ ਤੇ ਕੱਚੀ ਰੋੜੀ ਜਾਂ ਪੱਥਰ। ਫੇਰ ਅਗਲਾ ਗੁਣ ਹੈ ਅੱਗ। ਅੱਗ 'ਚ ਰੱਖ ਦਿਓ, ਇੱਟ ਪੱਕ ਗਈ, ਘੜਾ ਪੱਕ ਗਿਆ। ਪਰ ਉਸ ਪਰਮਾਤਮਾ ਨੇ ਤੇ 5 ਇਕੱਠੇ ਕੀਤੇ ਹੋਏ ਆ। ਕਦੇ ਸਾਡਾ ਸਰੀਰ ਝਗੜਿਆ, ਪੱਥਰ ਬਣਿਆ ਕਦੇ ਇਹ ਵੀ ਜਿੱਦ ਤੇ ਬਾਹਰ ਰੱਖੀ ਸੁੱਤੇ ਪਏ, ਸਵੇਰੇ ਆਕੜੀ ਪਈ ਹੈ, ਪੱਥਰ ਬਣਿਆ ਹੋਇਆ, ਲਾਲ ਹੋ ਗਿਆ। ਕਿਉਂਕਿ ਅੱਗ ਵੀ ਇਹ 'ਚ, ਪਾਣੀ ਵੀ ਹੈ, ਹਵਾ ਵੀ ਹੈ, ਆਕਾਸ਼ ਵੀ ਹੈ, ਸਾਰਾ ਕੁਝ ਹੀ ਹੈ। ਹੁਣ ਇਹ 5 ਦੇ 5 ਪਰਮਾਤਮਾ ਦੇ ਹੁਕਮ 'ਚ ਬੱਧੇ ਹੋਏ ਆ। ਇਹਨੂੰ ਕਹਿੰਦੇ ਕਰਾਮਾਤ। ਇਹ ਹੈ ਪਰਮਾਤਮਾ ਦੀ ਖੇਡ। ਮਨੁੱਖ ਨੇ ਬਹੁਤ ਕੁਝ ਕਰਕੇ ਵੇਖ ਲਿਆ ਤੇ ਬੜਾ ਕੁਝ ਕਰਕੇ ਵੇਖ ਰਿਹਾ ਏ। 5 ਤੱਤਾਂ ਨੂੰ ਇਕੱਠੇ ਕਰੀਏ ਕੁਛ ਬਣਦਾ ਹੀ ਨਹੀਂ। ਗੁਣ ਸ਼ਬਦ ਸਪਰਸ਼ ਰੂਪ ਰਸ ਗੰਧ ਮਾਨਸੋ। ਮਰਦ ਕਹਿੰਦੇ ਭਾਈ ਇਸ ਮਨੁੱਖ ਦੇ 5 ਤੱਤਾਂ ਦੇ ਵਿੱਚ 5 ਗੁਣ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਨਾਮ ਹੈ ਆਵਾਜ਼ ਦਾ, ਸਪਰਸ਼ ਛੂਹਣ ਸ਼ਕਤੀ, ਰੂਪ ਜੋ ਅਸੀਂ ਵੇਖ ਰਹੇ ਹਾਂ ਬਾਹਰ ਦੇ ਨਜ਼ਾਰੇ, ਰਸ ਜੋ ਮਿਠਾਸ ਮਾਣ ਰਹੇ ਹਾਂ, ਰਸ ਆ ਰਹੇ ਆ, ਗੰਧ ਸੁਗੰਧੀਆਂ। ਇਹਨਾਂ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ।
गंध भी साडा हिस्सा है, खुशबू लेना, बदबू का पता करना, रस ये स्वाद है, कुसैला ये बुरा ये चंगा ये भी असीं लै रहे हैं। शब्द आवाज़ां सुन के कहने आ इनू गाना नहीं आता, इसकी आवाज़ बड़ी सोहनी है, आ म्यूजिक बहुत सोहना है। स्पर्श स्पर्शता नाल दसदा ही अखां बंद करके हाथ भैन दा है जां भरा दा है, मां दा है जां पिता दा जां पत्नी है, स्पर्शता दस रही है। सारा संसार आ 5 चीज़ां दी फसिया होया है, शब्द स्पर्श रूप रस गंध, ये चीज़ां ने ना। ते 5 तत्त किहड़े आ? मिट्टी पानी अग्नि हवा ते आकाश। आ जिहड़े 5 सी ये की ने? ये 5 दे गुण ने। गुण गुण भी हुंदे आ, औगण भी हुंदे आ, सुभाव भी हुंदा है। गुरु बाबा जी दे बचनां नूं सिद्ध बड़े ध्यान नाल सुणदा है भी कोई चीज विच उक जाण फिर मैं ही दसूंगा। नभ कान पौन तुचा। सतगुर कहंदे नभ कान पौन तुचा। तुचा नाम चमड़ी दा है, नभ नाम आकाश दा है, पौन नाम हवा दा है, कान नाम कन्नां दा है। हुण साडे जिहड़े कंन ने ये आकाश दा विशा है। ਕੰਨਾਂ ਦੀ ਆਵਾਜ਼ ਸਾਡੀ ਆਕਾਸ਼ ਕਰਕੇ ਹੈ, ਜੋ ਅੱਜ ਸੁਣਿਆ ਜਾਂਦਾ ਸੁਣਾਇਆ ਜਾਂਦਾ ਹੈ। ਜੇ ਆਕਾਸ਼ ਨਾ ਹੁੰਦਾ ਤੇ ਕੁਛ ਨਾ ਹੁੰਦਾ। ਜਿੰਨੇ ਸਾਡੇ ਸੈਟੇਲਾਈਟ ਨੇ ਕਿੱਥੇ ਛੱਡੇ ਹੋਏ ਆ ਜੀ? ਆਕਾਸ਼ ਵਿੱਚ। ਆ ਜਿੰਨਾ ਟੈਲੀਕਾਮ ਦਾ ਸਿਸਟਮ ਚੱਲਦਾ ਹੈ, ਇੱਕ ਤੋਂ ਇੱਕ ਟਾਵਰ ਨੂੰ ਸਿਗਨਲ ਜਾ ਰਿਹਾ ਹੈ, ਮੋਬਾਈਲ ਚੱਲਦੇ ਆ, ਵਾਇਰਲੈਸ ਚੱਲਦੀ ਹੈ, ਜੋ ਕੁਛ ਵੀ ਚੱਲਦਾ ਬ੍ਰਹਿਮੰਡ ਵਿੱਚ ਇਹ ਸਭ ਆਕਾਸ਼ ਕਰਕੇ ਆ। ਜੇ ਆਕਾਸ਼ ਨਾ ਹੋਵੇ ਤੇ ਕੁਛ ਨਾ ਹੋਵੇ। ਤੇ ਕੰਨ ਕੰਨ ਆਕਾਸ਼ ਦਾ ਵਿਸ਼ਾ ਹਨ। ਮਰਦ ਕਹਿੰਦੇ ਨਭ ਨਭ ਆਕਾਸ਼ ਹੈ, ਕਹਿੰਦੇ ਆਕਾਸ਼ ਕਰਕੇ ਕੰਨ ਨੇ। ਦੁਬਾਰਾ ਪੜ੍ਹੋ। ਨਭ ਕਾਨ ਪੌਣ ਤੁਚਾ ਪਾਵਕ ਕੀਨੈ ਨ ਜਾਣ। ਕਹਿੰਦੇ ਇਹ ਸਾਰਾ ਕੁਝ ਜੋ ਕੁਝ ਹੈ ਆਕਾਸ਼ ਤੇ ਹਵਾ ਕਰਕੇ ਹੈ। ਜੇ ਸਾਡੇ ਕੰਨ ਕੰਮ ਕਰਦੇ ਆ ਨਾ, ਆਕਾਸ਼ ਕਰਕੇ ਸੁਣਦੇ ਆ ਤੇ ਹਵਾ ਕਰਕੇ ਬੋਲਦੇ ਤੇ ਸੁਣ ਰਹੇ ਆ। ਜੇ ਹਵਾ ਨਾ ਹੋਵੇ ਤੇ ਆਵਾਜ਼ ਕੰਮ ਨਹੀਂ ਕਰਦੀ। ਆਕਾਸ਼ ਦਾ ਗੁਣ ਹਨ। ਅੱਖਾਂ ਦੇ ਵਿੱਚ ਅੱਗ ਹੈ, ਅੱਗ ਦਾ ਗੁਣ ਨੇ ਅੱਖਾਂ। ਇਸੇ ਕਰਕੇ ਹਰ ਚਮਕਦੀ ਚੀਜ਼ ਕੈਪਚਰ ਕਰਦੇ ਆ। ਸਾਡੀ ਅੱਖ ਦਾ ਵਿਸ਼ਾ ਲਾਲ ਰੰਗ ਹੈ, ਲਾਲ ਰੰਗ ਹੈ। ਇਹੀ ਕਾਰਨ ਹੈ ਤੁਹਾਨੂੰ ਰਾਤ ਵੇਲੇ ਲਾਲ ਰੰਗ ਬੜੀ ਦੂਰੋਂ ਦਿਸੇਗਾ। ਜਦੋਂ ਵੀ ਕਿਤੇ ਆਪਾਂ ਰੁਕਦੇ ਆ, ਰੈੱਡ ਸਿਗਨਲ ਕਿਉਂ ਹੈ? ਕਦੇ ਪਲੇਨ ਉੱਡਦਾ ਵੇਖਿਓ, ਰੈੱਡ ਲਾਈਟ। ਟਾਵਰਾਂ ਦੀ ਟਾਪ ਤੇ ਵੇਖਿਓ, ਰੈੱਡ ਲਾਈਟ। ਰੋਡ ਤੇ ਖੜ ਜਾਓਗੇ, ਰੈੱਡ ਲਾਈਟ। ਰਨਵੇ ਤੇ ਪਲੇਨ ਉਤਰਦਾ, ਰੈੱਡ ਲਾਈਟ। ਕਿਉਂ ਭਾਈ? ਹੋਰ ਵੀ ਤੇ ਲੱਗ ਸਕਦੀ ਹੈ। ਲਾਲ ਹੀ ਕਿਉਂ? ਕਿਉਂਕਿ ਅੱਖ ਦਾ ਵਿਸ਼ਾ ਅੱਗ ਹੈ, ਚੱਖ ਅਗਨੀ। ਤੇ ਅੱਗ ਦੀ ਲਾਲੀ ਕਿਹੜੀ ਹੈ? ਬਿਲਕੁਲ ਸੁਰਖ। ਸੂਰਜ ਅੱਗ ਤੋਂ ਬਣਿਆ। ਕਦੇ ਚੜ੍ਹਦਾ ਸੂਰਜ ਵੇਖ ਲਿਓ ਤੇ ਛਿਪਦਾ ਵੇਖ ਲਿਓ, ਰੰਗ ਕਿਹੜਾ ਹੋਊਗਾ ਜੀ? ਲਾਲ। ਅੱਗ ਬੁਝਦੀ ਵੇਖ ਲਿਓ ਤੇ ਅੱਗ ਜਲਦੀ ਵੇਖ ਲਿਓ, ਰੰਗ ਕਿਹੜਾ ਹੋਊ? ਲਾਲ। ਇਸੇ ਕਰਕੇ ਹਰ ਚੀਜ਼ ਵਿੱਚ ਰੈੱਡ ਕਲਰ ਜ਼ਿਆਦਾ ਹੁੰਦਾ ਹੈ। ਲਾਲ ਰੰਗ ਮਨੁੱਖ ਦੀ ਅੱਖ ਨੂੰ ਬਹੁਤ ਖੂੰਹਦਾ ਹੈ, ਬਹੁਤ ਖਿੱਚਦਾ ਹੈ। ਇਹੀ ਕਾਰਨ ਹੈ ਕਿਸੇ ਰੁੱਖ ਤੇ ਲਾਲ ਕੱਪੜਾ ਬੰਨ੍ਹਦੇ ਹੋ, ਮੈਂ ਕਹਿੰਦਾ ਦੁਨੀਆ ਭੱਜ ਭੱਜ ਪਰਾਂ ਹੋ ਕੇ ਲੰਘਦੀ, ਮੱਥਾ ਟੇਕ ਟੇਕ ਕੇ ਕਹਿੰਦੇ ਵੇਖੀ ਬਾਬਾ ਜੇ ਸਾਡੇ ਘਰ ਵਾਲੇ ਪਾਸੇ ਵੀ ਟਾਣਾ ਵਧੂਗਾ ਤੇ ਘਰ ਛੱਡ ਦਿਆਂਗੇ। ਲਾਲ ਰੰਗ ਦਾ ਇੰਨਾ ਖੌਫ ਹੈ। ਤੇ ਭਾਰਤ ਦੇਸ਼ ਵਿੱਚ ਜਿੰਨੀਆਂ ਮਾਤਾ ਮੂਤਾ ਰਾਣੀਆਂ ਹੋਈਆਂ ਸਾਰੀਆਂ ਹੀ ਲਾਲ ਨੇ। ਆਖੋ ਸਤਿਨਾਮ। ਬੜਾ ਖੁਸ਼ੀ ਲੱਗਦਾ ਹੈ। ਇਹ ਅੱਖ ਦਾ ਵਿਸ਼ਾ ਹੈ, ਰੈੱਡ ਕਲਰ। ਹੁਣ ਲਾਲ ਰੰਗ ਅੱਗ ਦਾ ਵਿਸ਼ਾ ਹੈ। ਅੱਖਾਂ ਨੂੰ ਲਾਲ ਰੰਗ ਚੰਗਾ ਲੱਗਦਾ ਹੈ, ਪਸੰਦ ਹੈ। ਇਸੇ ਕਰਕੇ ਤੁਸੀਂ ਹਜ਼ਾਰਾਂ ਰੰਗ ਵਿਛਾ ਦਿਓ, ਤੁਹਾਡੀ ਅੱਖ ਲਾਲ ਵਾਲੇ ਪਾਸੇ ਅਟਰੈਕਟ ਹੋਏਗੀ। ਫੁੱਲ ਜਿੰਨੇ ਮਰਜ਼ੀ ਲਾ ਦਿਓ ਤੇ ਗੁਲਾਬ ਦੇ ਫੁੱਲ ਤੇ ਨਜ਼ਰ ਪਹਿਲਾਂ ਜਾਏਗੀ, ਕਿਉਂਕਿ ਰੈੱਡ ਰੋਜ਼ ਹੈ, ਉਹ ਲਾਲ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਅੱਖ ਦਾ ਵਿਸ਼ਾ ਭਾਈ ਅੱਗ ਹੈ, ਕੰਨਾਂ ਦਾ ਵਿਸ਼ਾ ਹਵਾ ਹੈ, ਆਕਾਸ਼ ਹੈ। ਆਕਾਸ਼ ਕਰਕੇ ਤੁਸੀਂ ਆਪ ਪਹਿਲਾਂ ਸੁਣਦੇ ਹੁੰਦੇ ਸੀ ਆਕਾਸ਼ਬਾਣੀ ਰੇਡੀਓ ਸੁਣਦੇ ਸੀ, ਆਕਾਸ਼ਬਾਣੀ ਰਹਿੰਦੀ ਸੀ। ਤੇ ਅੱਜ ਵੀ ਜਿੰਨੇ ਸਿਗਨਲ ਅਸਮਾਨ ਦੇ ਵਿੱਚ ਆਉਂਦੇ ਆ, ਉਹ ਭਾਵੇਂ ਦੂਜੀ ਦੁਨੀਆ ਤੋਂ ਨੇ, ਤੀਜੀ ਦੁਨੀਆ ਤੋਂ ਨੇ, ਵਾਇਜ਼ਰ ਵਰਗੇ ਜਾਨ ਛੱਡੇ ਹੋਏ ਆ। ਕੀ ਕਰਦੇ ਆ? ਉਹ ਸਿਗਨਲ ਕੈਪਚਰ ਕਰਦੇ ਆ।
ਸਪੇਸ ਦੇ ਵਿੱਚ ਜਿੱਡਾ ਸੈਟਅਪ ਚੱਲਦਾ ਹੈ, ਭਾਵੇਂ ਉਹ ਚੰਦਰਮਾ ਤੇ ਕੋਈ ਗਤੀਵਿਧੀ ਹੁੰਦੀ ਹੈ, ਕਿਸੇ ਹੋਰ ਪਲੈਨਟ ਤੇ ਹੁੰਦੀ ਹੈ, ਉਹ ਕਿਹਦੇ ਕਰਕੇ ਹੈ? ਸਿਗਨਲ ਕਰਕੇ। ਸਿਗਨਲ ਕਿਹਦੇ ਕਰਕੇ ਹੈ? ਆਕਾਸ਼ ਕਰਕੇ, ਹਵਾ ਕਰਕੇ। ਬੜੀ ਵਾਰ ਤੁਸੀਂ ਦੇਖਿਆ ਹੋਣਾ, ਚਲੋ ਅੱਜ ਕੱਲ੍ਹ ਤੇ ਬਹੁਤ ਐਡਵਾਂਸ ਹੋ ਗਏ। ਅੱਗੇ ਜਿਹੜੇ ਪਿੰਡ 'ਚ ਰੇਂਜ ਨਹੀਂ ਸੀ ਨਾ, ਉਹਦੀ ਉੱਚੀ ਥਾਂ ਤੇ ਚੜ੍ਹਦੇ ਸੀ, ਕਿਉਂਕਿ ਉੱਚੀ ਥਾਂ ਤੇ ਹਵਾ ਕ੍ਰਾਸ ਹੁੰਦੀ ਸੀ, ਲੱਗਦੀ ਸੀ, ਤੇ ਨੈਟਵਰਕ ਆ ਜਾਂਦਾ ਸੀ ਉੱਥੇ। ਕੰਨਾਂ ਦਾ ਵਿਸ਼ਾ ਆਕਾਸ਼ ਤੇ ਹਵਾ ਏ। ਸਤਿਗੁਰ ਕਹਿੰਦੇ ਇਸੇ ਕਰਕੇ ਕੰਨ ਸੁਣਦੇ ਆ। ਹਵਾ ਪੁੱਠੇ ਪਾਸੇ ਦੀ ਚੱਲਦੀ ਹੋਵੇ ਤੇ ਤੁਸੀਂ ਆਵਾਜ਼ ਮਾਰੋ, ਤੁਹਾਨੂੰ ਸੁਣਨੀ ਨਹੀਂ। ਨੋਟ ਕਰਿਓ ਉਹਦੇ ਰਾਜਸਥਾਨ ਦੇ ਰੇਤਿਆਂ 'ਚ ਜਾ ਕੇ, ਹਵਾ ਪਿਛਲੇ ਪਾਸੇ ਨੂੰ ਚੱਲੇ ਤੇ ਪਿੱਛੋਂ ਕੋਈ ਆਵਾਜ਼ ਮਾਰੇ ਨਹੀਂ ਸੁਣਦਾ। ਆਵਾਜ਼ ਹਵਾ ਸਟੇਬਲ ਹੋਵੇ, ਆਵਾਜ਼ ਬੜੀ ਦੂਰ ਹੋਊਗੀ। ਇਹੀ ਕਾਰਨ ਹੈ ਸਾਡਾ ਬੋਲਿਆ ਇੱਕ ਬੋਲ 125 ਸਾਲ ਤੱਕ ਆਕਾਸ਼ ਵਿੱਚ ਗੂੰਜਦਾ ਰਹਿੰਦਾ ਹੈ। ਰੇਡੀਓ ਫ੍ਰੀਕੁਐਂਸੀ ਕਹਿੰਦੇ ਆ ਜੀ। ਇਸੇ ਕਰਕੇ ਸਾਇੰਸ ਨੇ ਕੋਸ਼ਿਸ਼ ਕੀਤੀ ਮੁਹੰਮਦ ਸਾਹਿਬ ਦੀ ਆਵਾਜ਼ ਕੈਪਚਰ ਕੀਤੀ ਜਾਏ। ਅੱਜ ਤੋਂ 4500 ਸਾਲ ਪਹਿਲਾਂ ਹੋਈ ਜ਼ਰੂਰ, ਡੀਕੋਡ ਕਰ ਲਈ, ਰਿਕਾਰਡ ਕਰ ਲਈ, ਪਰ ਉਹ 'ਚ ਪੋਲਿਊਸ਼ਨ ਇੰਨਾ ਜ਼ਿਆਦਾ ਸੀ, ਆਵਾਜ਼ ਇੰਨੀ ਜ਼ਿਆਦਾ ਸੀ। ਅੱਜ ਸੁੱਤੇ ਪਿਆ ਜੇ ਕੋਈ ਹਾਰਨ ਸੁਣਦਾ ਹੈ, ਟਾਇਰਾਂ ਦੀ ਆਵਾਜ਼ ਸੁਣਦੀ ਹੈ ਨਾ ਰਾਤ ਨੂੰ ਗੱਡੀਆਂ ਦੇ ਲੰਘਿਆਂ ਦੀ, ਕਿਉਂ ਸੁਣਦੀ ਹੈ? ਕਿਉਂਕਿ ਉਸ ਵੇਲੇ ਆਕਾਸ਼ ਸਮਤਲ ਹੈ, ਹਵਾ ਕਰਕੇ ਆਵਾਜ਼ ਕੰਨਾਂ ਤੱਕ ਆ ਰਹੀ ਹੈ ਤੇ ਕੰਨਾਂ 'ਚ ਉਹਦੀ ਗੂੰਜ ਉੱਠਦੀ। ਤੇ ਉਹਦਾ ਵਿਸ਼ਾ ਕਿਹੜਾ ਹੈ? ਸ਼ਬਦ, ਆਵਾਜ਼। ਅੱਖ ਦਾ ਵਿਸ਼ਾ ਅੱਗ ਹੈ। ਇਸੇ ਕਰਕੇ ਅੱਗ ਚਮਕਦੀ ਅੱਖਾਂ ਨੂੰ ਪੈਂਦੀ ਹੈ। ਬੈਲਡਿੰਗ ਹੋਵੇ ਕਿਤੇ, ਵੈਲਡਿੰਗ ਸੈੱਟ ਤੇ ਲਾਲ ਰੰਗ ਨਿਕਲਦਾ ਹੈ। ਇਸੇ ਕਰਕੇ ਕਹਿੰਦੇ ਇਹਦੇ ਵੱਲ ਬਹੁਤਾ ਨਾ ਵੇਖੋ, ਅੱਖਾਂ ਦੀ ਲਾਈਟ ਖਿੱਚ ਲੈਂਦੀ ਹੈ, ਕੈਪਚਰ ਕਰ ਲੈਂਦੀ। ਕਿਉਂ? ਕਿਉਂਕਿ ਉੱਥੇ ਵੀ ਅੱਗ ਹੈ, ਇੱਥੇ ਵੀ ਅੱਗ ਹੈ। ਵੱਡੀ ਅੱਗ ਛੋਟੀ ਅੱਗ ਨੂੰ ਸੋਖ ਲੈਂਦੀ ਹੈ। ਦੀਨ ਦੁਨੀਆ ਦੇ ਮਾਲਕ ਸਾਹਿਬ ਆਖਦੇ ਭਾਈ ਅੱਖ ਦਾ ਵਿਸ਼ਾ ਅਗਨੀ ਹੈ, ਜਿਹਦੀ ਜੋਤ। ਇਸੇ ਕਰਕੇ ਆਪਾਂ ਜੋਤ ਕਹਿੰਦੇ ਹਾਂ, ਆਈ ਸਾਈਟ। ਕਹਿੰਦੇ ਜੀ ਅੱਖਾਂ ਦੀ ਜੋਤ ਘੱਟ ਹੈ, ਜੋਤ ਘੱਟ ਗਈ। ਹੁਣ ਜੋਤ ਨੂੰ ਕਿਹੜਾ ਦੇਸੀ ਘਿਓ ਲਾਇਆ ਹੋਇਆ ਇਹ 'ਚ, ਵੀ ਬੱਤੀ ਲਾ ਕੇ ਬਾੜੀ ਹੈ, ਇਹ 'ਚ ਅੱਗ ਹੈ। ਜਿਸ ਅੱਗ ਕਰਕੇ, ਜਿਸ ਲਾਈਟ ਕਰਕੇ ਇਹ ਵੇਖਦੀਆਂ ਹਨ। ਜਿਹ ਪਾਣੀ ਘਰਾਣ ਛਿਤ ਪੰਚੈ ਇੰਦਰੀ ਗਿਆਨ ਸੋ। ਮਹਾਰਾਜ ਕਹਿੰਦੇ ਨੱਕ ਦਾ ਵਿਸ਼ਾ ਛਿਤ ਧਰਤੀ ਹੈ ਤੇ ਚਮੜੀ ਦਾ ਵਿਸ਼ਾ ਪਾਣੀ ਹੈ, ਜੀਭ ਦਾ ਵਿਸ਼ਾ ਵੀ ਪਾਣੀ ਹੈ। ਆ ਜੀਭ ਕਰਕੇ ਜੋ ਅਸੀਂ ਟੇਸਟ ਕਰਦੇ ਹਾਂ, ਸਵਾਦ ਵੇਖਦੇ ਹਾਂ, ਅੰਦਰ ਸਾਡੇ ਸਲਾਈਵਾ ਇਹ ਪਾਣੀ ਹੈ। ਉਸੇ ਕਰਕੇ ਸਾਨੂੰ ਸਵਾਦਾਂ ਦਾ ਪਤਾ ਲੱਗਦਾ। ਧਰਤੀ ਦਾ ਵਿਸ਼ਾ ਨੱਕ ਹੈ। ਨੱਕ ਜੋ ਕੁਛ ਵੀ ਇਹਦੇ ਨਾਲ ਖੁਸ਼ਬੂ ਆਉਂਦੀ ਹੈ, ਬਦਬੂ ਆਉਂਦੀ ਹੈ, ਧਰਤੀ ਕਰਕੇ ਆ ਰਹੀ ਹੈ। ਇਹ ਧਰਤੀ ਦਾ ਗੁਣ ਹੈ, ਹਰ ਚੀਜ਼ ਨੂੰ ਆਪਣੇ ਵੱਲ ਖਿੱਚਣਾ, ਗੁਰੂਤਾਕਰਸ਼ਣ। ਤੇ ਨੱਕ ਇਸੇ ਕਰਕੇ ਥੱਲੇ ਮੂੰਹ ਕਰਕੇ ਲੱਗਾ ਹੁੰਦਾ ਹੈ ਵੀ ਧਰਤੀ ਵਾਲੇ ਪਾਸੇ ਤੋਂ ਹਰ ਚੀਜ਼ ਸੈਂਸ ਕਰਦਾ ਹੈ। ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਸੁਣ ਕੇ ਨਾ ਲੋਹਾ ਰੀਪਾ ਦਾ ਜੀ ਕਰਦਾ ਮੈਂ ਮੱਥਾ ਟੇਕਣਾ। ਏਡੇ ਗਿਆਨੀ, ਐਡੇ ਵਿਦਵਾਨ ਹਨ। ਏਕ ਏਕ ਤਤ ਤਾਂ ਕੇ ਪੰਜ ਹੈ ਪ੍ਰਕਿਰਤ ਭਏ। ਮਰਦ ਕਹਿੰਦੇ ਇੱਕ ਇੱਕ ਤਤ ਕਰਕੇ 25 ਪ੍ਰਕਿਰਤੀਆਂ ਨੇ ਭਾਈ, ਇੱਕ ਇੱਕ ਤਤ ਕਰਕੇ। ਪਾਣੀ ਬਿਨਾਂ ਵੀ ਜ਼ਿੰਦਗੀ। ਇਸੇ ਕਰਕੇ ਸਭ ਡਿਵਾਈਡ ਕੀਤਾ ਹੋਇਆ ਹੈ। ਨਹਾਉਣ ਦਾ ਸਮਾਂ ਕੀ ਹੈ, ਖਾਣ ਦਾ ਸਮਾਂ ਕੀ ਹੈ, ਸੌਣ ਦਾ ਸਮਾਂ ਕੀ ਹੈ, ਜਾਗਣ ਦਾ ਸਮਾਂ ਕੀ ਹੈ। ਅੱਜ ਉਹ ਸਾਡੇ ਸਾਰੇ ਹੀ ਸਮੇਂ ਖਰਾਬ ਹੋ ਗਏ। ਇਸ ਕਰਕੇ ਅਸੀਂ ਕਦੇ ਵੀ ਤੰਦਰੁਸਤ ਰਹਿ ਹੀ ਨਹੀਂ ਸਕਦੇ, ਕਿਉਂਕਿ ਜੋ ਪ੍ਰਕਿਰਤੀ ਦਾ ਨਿਯਮ ਸੀ, ਜਦੋਂ ਅੱਗ ਦਾ ਨਿਯਮ ਹੈ ਉਦੋਂ ਭੁੱਖ ਲੱਗਦੀ ਹੈ। ਹੁਣ ਭੁੱਖ ਦਾ ਸਮਾਂ ਅੰਦਾਜ਼ਨ ਸਵੇਰੇ 7 ਤੋਂ ਲੈ ਕੇ 9 ਵਜੇ ਦੇ ਵਿੱਚ ਹੁੰਦਾ ਜੀ। ਨਹੀਂ ਉਦੋਂ ਰੋਟੀ ਨਹੀਂ ਖਾਧੀ, 10-11 ਵਜੇ ਖਾ ਲਓ, ਸਾਰਾ ਦਿਨ ਬੰਦਾ ਡੱਫਰ ਬਣਿਆ ਫਿਰੀ ਜਾਂਦਾ, ਭੁੱਖੀ ਲੱਗਦੀ। ਤੇ ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਅੱਗ ਦਾ ਵਿਸ਼ਾ ਹੈ, ਉਹ ਤੋਂ ਬਾਅਦ ਪਾਣੀ ਦਾ ਵਿਸ਼ਾ ਆਉਣਾ ਸ਼ੁਰੂ ਹੋ ਗਿਆ। ਤੇ ਸਾਡੀ ਰੋਟੀ ਦਾ ਟਾਈਮ 8 ਵਜੇ 9 ਵਜੇ ਹੋ ਗਿਆ ਤੇ ਅਸੀਂ ਜਿੱਦਾਂ ਭੋਜਨ ਖਾਧਾ ਉਦਾਂ ਹੀ ਲੈ ਕੇ ਪਏ ਰਹਿਣਾ। ਸਵੇਰੇ ਉੱਠਣਾ ਪੇਟ ਉੱਤੇ ਹੀ ਭਰਿਆ ਹੋਵੇ, ਕਿਉਂਕਿ ਉਸ ਪ੍ਰਕਿਰਿਆ ਨੇ ਕੰਮ ਹੀ ਨਹੀਂ ਕੀਤਾ। ਆਯੁਰਵੇਦ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਚੱਲ ਰਹੇ, ਪਰ ਇਹ ਪ੍ਰਕਿਰਤੀਆਂ ਸਾਧੂਆਂ ਨੇ ਬਣਾਈਆਂ, ਗੁਰੂ ਸਾਹਿਬਾਂ ਨੇ ਬਣਾਈਆਂ, ਜੀਵਨ ਵਿੱਚ ਉਹਨਾਂ ਕਰਕੇ ਵਿਖਾਇਆ। ਤੇ ਯੋਗੀ ਇਹਦਾ ਧਿਆਨ ਰੱਖਦੇ ਆ। ਇਸੇ ਕਰਕੇ ਕਹਿੰਦੇ ਆ ਨਾ ਵੀ ਹਰ ਬੰਦਾ ਬਈ ਸਮੇਂ ਨਾਲ ਸੋਵੋ, ਸਮੇਂ ਨਾਲ ਉੱਠੋ ਤੇ ਸਮੇਂ ਨਾਲ ਖਾਓ। ਸਾਡਾ ਤੇ ਸਮੇਂ ਕੋਈ ਨਹੀਂ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੇ ਜੋ ਦੱਸਤਾ ਨਾ, ਕਹਿੰਦੇ 5 ਤੱਤ ਨੇ ਭਾਈ, ਪੰਜਾਂ ਦੇ ਵੱਖੋ ਵੱਖ ਸੁਭਾਅ ਹਨ।
ਇਹ ਆਪਣੇ ਸੁਭਾਵਾਂ ਕਰਕੇ ਹਰ ਥਾਂ ਤੇ ਵਰਤਦੇ ਨੇ। ਲੋਭ ਮੋਹ ਅਹੰਗ ਦੁਖ। ਲੋਭ ਮੋਹ ਹੰਕਾਰ ਅਤੇ ਦੁੱਖ, ਚਾਰ ਚੀਜ਼ਾਂ। ਪਹਿਲਾ ਲੋਭ, ਦੂਜਾ ਮੋਹ, ਤੀਜਾ ਹੰਕਾਰ ਤੇ ਚੌਥਾ ਦੁੱਖ। ਕਾਹਦੇ ਕਰਕੇ? ਇਹ ਵੀ ਤੇ ਕੋਈ ਵਿਸ਼ਾ ਹੋਣਾ। ਆਪਾਂ ਕਹਿੰਦੇ ਜੀ ਇਹ ਲੋਭ ਵੀ ਬੁਰਾ, ਦੁੱਖ ਵੀ ਬੁਰਾ, ਕ੍ਰੋਧ ਵੀ ਬੁਰਾ। ਇਹ ਕਿਉਂ ਹੈ? ਗੁਰੂ ਨਾਨਕ ਪਾਤਸ਼ਾਹ ਨੇ ਇਹਦਾ ਵੀ ਦੱਸ ਦਿੱਤਾ ਕਾਰਨ। ਉਹ ਸਿੱਧਾਂ ਵਿੱਚ ਵੀ ਬੜਾ ਹੈ। ਆ ਜਿੰਨੇ ਆਏ ਨੇ ਲੋਭੀ ਨੇ, ਹੰਕਾਰੀ ਨੇ, ਮਾਇਆ ਦੇ ਵਿੱਚ ਛਲੇ ਹੋਏ ਨੇ। ਗੁਰੂ ਬਾਬਾ ਜੀ ਕਹਿੰਦੇ ਭਾਈ ਲੋਭ ਮੋਹ ਦੁੱਖ ਤੇ ਹੰਕਾਰ ਇਹ ਵੀ ਸਾਡੇ ਸਰੀਰ ਦਾ ਵਿਸ਼ਾ ਹਨ। ਇਸੇ ਕਰਕੇ ਸਰੀਰ ਨੂੰ ਚਿੰਬੜੇ ਨੇ। ਪ੍ਰੀਤ ਨਭ ਜਾਣੀਏ। ਕਹਿੰਦੇ ਇਹ ਨਭ ਆਕਾਸ਼ ਦਾ ਗੁਣ ਹੈ। ਆਕਾਸ਼ ਲੋਭ ਕਾਦੇ ਕਰਕੇ ਹੈ? ਆਕਾਸ਼ ਕਰਕੇ। ਆਕਾਸ਼ ਭਰਦਾ ਕਦੇ? ਲੋਭੀ ਦਾ ਲੋਭ ਨਹੀਂ ਭਰਦਾ। ਚੰਗਾ ਭਲਾ ਬੰਦਾ ਲੋਭੀ ਹੋਇਆ ਤੇ ਬੇਈਮਾਨ ਹੋ ਜਾਊਗਾ। ਹੰਕਾਰ, ਕਦੇ ਹੰਕਾਰ ਦੀ ਸੀਮਾ ਹੈ? ਇਹ ਆਕਾਸ਼ ਦਾ ਗੁਣ ਹੈ। ਪਰ ਇਸੇ ਕਰਕੇ ਹੰਕਾਰ ਦੀ ਸੀਮਾ ਨਹੀਂ ਤੇ ਆਕਾਸ਼ ਦੀ ਨਹੀਂ। ਦੁੱਖ, ਜਿੰਨਾ ਮਰਜੀ ਦੁੱਖ ਆ ਜੇ ਤੇ ਬੰਦਾ ਇਸ ਦੁੱਖ 'ਚ ਟੁੱਟੀ ਜਾਂਦਾ, ਸੁਖੀ ਹੋ ਹੀ ਨਹੀਂ ਸਕਦਾ। ਆਕਾਸ਼ ਦਾ ਗੁਣ ਹੈ। ਮੋਹ ਮੁੱਕਿਆ ਕਦੇ? ਜਦ ਵਿਆਹ ਨਹੀਂ ਸੀ ਹੋਇਆ ਉਦੋਂ ਮਾਪਿਆਂ ਦਾ ਮੋਹ ਸੀ। ਜਿੱਦਣ ਵਿਆਹਿਆ ਗਿਆ ਪਤਨੀ ਨਾਲ ਪੈ ਗਿਆ, ਫਿਰ ਬੱਚੇ ਹੋ ਗਏ, ਹੁਣ ਬੱਚਿਆਂ ਨਾਲ ਮੋਹ ਹੈ। ਹੁਣ ਇੱਥੇ ਤੱਕ ਵਸ ਨਹੀਂ, ਆਪ ਬੁੱਢਾ ਹੋ ਗਿਆ, ਤੁਰਿਆ ਨਹੀਂ ਜਾਂਦਾ। ਹੁਣ ਪੋਤਿਆਂ ਦਾ ਮੋਹ ਸਤਾਉਂਦਾ ਤੇ ਪੁੱਤਾਂ ਨੂੰ ਪੁੱਛਦਾ ਹੀ ਨਹੀਂ, ਉਹਨਾਂ ਨੂੰ ਵੀ ਸੀ ਫਰੀ ਜਾਂਦਾ। ਇੱਥੇ ਵੀ ਰੁਕਿਆ ਨਹੀਂ, ਬੁਢਾਪਾ ਹੋਰ ਅੱਗੇ ਗਿਆ, ਤੁਰਨ ਫਿਰਨੋਂ ਵੀ ਗਿਆ। ਹੁਣ ਪਰ ਪੋਤਰੇ ਹੋ ਗਏ, ਬਰਥਡੇ ਮਨਾਉਂਦਾ ਫਿਰਦਾ ਉਹਨਾਂ ਦੇ ਖੁਸ਼ੀ 'ਚ। ਕਹਿੰਦਾ ਵਿਆਹ ਵੇਖ ਲਾ ਰੱਬਾ, ਹਜੇ ਮੌਤ ਨਾ ਆਵੇ। ਜਿਵੇਂ ਆਕਾਸ਼ ਰੱਜਦਾ ਨਹੀਂ, ਇਸੇ ਕਰਕੇ ਆਕਾਸ਼ ਦਾ ਗੁਣ ਮੋਹ 'ਚ ਆਇਆ। ਕਹਿੰਦੇ ਮੋਹ 'ਚ ਪਿਆ ਪ੍ਰਾਣੀ ਆਕਾਸ਼ ਵਿੱਚ ਖੋਇਆ। ਇੱਕੋ ਗੱਲ ਆਖੋ ਸਤਿਨਾਮ। ਕੋਈ ਪੰਛੀ ਆਕਾਸ਼ 'ਚ ਖੋਜੇ, ਉਹਦਾ ਅੱਗਾ ਪਿੱਛਾ ਹੈ ਕੋਈ? ਧਰਤੀ ਦੇ ਵਾਪਸ ਆ ਸਕਦਾ ਕਦੇ? ਮੋਹ ਵਿੱਚ, ਹੰਕਾਰ ਵਿੱਚ, ਦੁੱਖ ਵਿੱਚ, ਲੋਭ 'ਚ ਗਰਸਿਆ ਹੋਇਆ ਬੰਦਾ, ਇਹਨਾਂ ਨੂੰ ਤੋਂ ਰੱਬ ਹੀ ਬਚਾਵੇ। ਆਖੋ ਸਤਿਨਾਮ। ਮਰਦ ਕਹਿੰਦੇ ਆਕਾਸ਼ ਦਾ ਗੁਣ ਹੈ। ਆਕਾਸ਼ ਦਾ ਤੁਸੀਂ ਕੀ ਕਰ ਲੋਗੇ? ਆਕਾਸ਼ ਵੱਲ ਗੋਲੀਆਂ ਚਲਾ ਲਓ, ਮਿਜ਼ਾਈਲਾਂ ਛੱਡ ਲਓ, ਕੁਛ ਵੀ ਕਰ ਲਓ, ਉਹਨੂੰ ਫਰਕ ਨਹੀਂ ਪੈਂਦਾ। ਬਲ ਕੋ ਕਰਨ ਅਰ ਧਵਨ ਪਸਾਰਨ। ਬਲ ਕਰਕੇ ਜ਼ੋਰ ਲਾਉਣਾ ਕਿਸੇ ਤੇ, ਭੱਜਣਾ ਤੇ ਫੈਲਣਾ ਸਰੀਰ ਕਰਕੇ। ਅਸੀਂ ਬੜਾ ਜ਼ੋਰ ਲਾਉਂਦੇ ਆ, ਭੱਜ ਵਿਖਾਉਂਦੇ ਆ, ਫੈਲ ਕੇ ਵਿਖਾਈਦਾ। ਵਿਵੇਕ ਲੰਬਾ ਨਾ ਦੇ ਦੇ, ਮੈਂ ਵੱਡਾ ਨਾ, ਹੱਸ ਕੇ ਵਿਖਾਈਦਾ। ਇਹ ਕਾਹਦੇ ਗੁਣ ਨੇ? ਲੋਹਾ ਰੀਪਾ ਕਹਿੰਦਾ ਇਹ ਵੀ ਦੱਸੋ ਜੀ। ਗੁਰੂ ਨਾਨਕ ਪਾਤਸ਼ਾਹ ਬੈਠੇ ਸੁਮੇਲ ਪਰਬਤ ਤੇ ਇਹ ਵੀ ਦੱਸਦੇ ਹਨ। ਸੰਕੋਚ ਪਦਹਿ ਬਦਹਿ ਸੋ ਸਮੀਰ ਪਹਿਚਾਨੀਏ। ਸਰੀਰ ਨੂੰ ਸੁੰਗੜ ਲੈਣਾ ਤੇ ਸਰੀਰ ਨੂੰ ਵਧਾ ਲੈਣਾ, ਸੰਕੋਚ ਕਰਨਾ। ਸਾਹਿਬ ਕਹਿੰਦੇ ਇਹ ਗੁਣ ਹੈ ਹਵਾ ਦਾ। ਹਵਾ ਨੂੰ ਕਿਸੇ ਗੁਬਾਰੇ 'ਚ ਭਰ ਦਿਓ, ਵੱਡਾ ਕਰ ਦੇਗੀ, ਕੰਜ਼ਿਊਮ ਕਰ ਲਓ, ਖਿੱਚ ਲਏਗੀ ਉਹਨੂੰ। ਕਹਿੰਦੇ ਇਸੇ ਕਰਕੇ ਭੱਜਣਾ, ਨੱਠਣਾ, ਕੱਦ ਦਾ ਵਧਣਾ, ਫੁੱਲ ਜਾਣਾ, ਕਹਿੰਦੇ ਇਹ ਹਵਾ ਦਾ ਗੁਣ ਆ ਸਾਡੇ ਸਰੀਰ ਵਿੱਚ। ਕਿਉਂਕਿ ਯੋਗੀ ਅਜੇ ਸਰੀਰ ਤੇ ਫਸੇ ਹੋਏ ਆ, ਉਹ ਮਨ ਤੱਕ ਤੇ ਜਾ ਹੀ ਨਹੀਂ ਰਹੇ। ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਦੀ ਗੱਲ ਕਰਦੇ ਆ, ਪਰਮਾਤਮਾ ਦੀ ਗੱਲ ਕਰਦੇ ਆ, ਇਹ ਸਰੀਰ ਤੱਕ ਉਲਝੇ ਹੋਏ ਨੇ। ਨੀਂਦ ਉਹ ਜੁਪਾਏ ਭੂਖ ਆਲਸ ਪਿਆਸ ਹੋਏ। ਪਿਆਸ, ਭੁੱਖ, ਨੀਂਦ, ਆਲਸ ਤੇ ਉਬਾਸੀ, ਪੰਜ ਚੀਜ਼ਾਂ ਨੇ ਸਾਡੇ ਸਰੀਰ ਵਿੱਚ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੋਹਾਰੀ ਪਾਸੇ ਦਾ ਉਹ ਨਾਥਾ ਜਰਾ ਇਹ ਵੀ ਸੁਣ ਲੈ। ਅਗਨ ਕੇ ਤਤ ਕੇ ਪ੍ਰਕਿਰਤ ਇਹ ਪਰਮਾਨੀਏ। ਭਾਈ ਇਹ ਅਗਨੀ ਤੱਤ ਕਰਕੇ ਹੋ ਰਿਹਾ ਹੈ। ਨੀਂਦ ਆਉਂਦੀ ਹੈ, ਸਰੀਰ ਏਦਾਂ ਹੋ ਜਾਂਦਾ ਹੈ ਵੀ ਬਸ ਟਿਕ ਜਾ। ਅੱਗ ਛੱਡਦੀ ਕੋਈ ਚੀਜ਼, ਘਿਓ ਰੱਖ ਦਿਓ ਪਿਘਲਾ ਦਿੰਦੀ ਹੈ। ਉਬਾਸੀਆਂ ਨੀਂਦ ਕਰਕੇ ਆ ਰਹੀਆਂ ਨੇ। ਕਹਿੰਦੇ ਇਹ ਵੀ ਅਗਨੀ ਦਾ ਗੁਣ ਹੈ। ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕੇ ਨਾ ਸਿੱਧ ਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਗੁਰੂ ਮੈਂ ਮੰਨਾਂ ਤੇ ਜਾਂ ਮੈਂ ਇਹਨਾਂ ਦਾ ਗੁਰੂ ਬਣਾ।
ਇੱਕ ਇੱਕ ਗੱਲ ਦੱਸੀ ਜਾਂਦੇ ਆ ਮੈਨੂੰ। ਨੀਂਦ, ਉਬਾਸੀ, ਜਾਗਣਾ, ਸੌਣਾ, ਭੁੱਖ ਅਤੇ ਪਿਆਸ। ਸਾਨੂੰ ਭੁੱਖ ਪਿਆਸ ਕਦੋਂ ਲੱਗਦੀ? ਜਦੋਂ ਜਠਰਾਗਨ ਸਾਡੀ ਅੰਦਰੋਂ ਦਬਾਉਂਦੀ ਹੈ ਤੇ ਫਿਰ ਖੋਹ ਪੈਂਦੀ ਅੰਦਰ। ਕਾਲਜ ਅੱਗ ਲੱਗਦੀ, ਛੇਤੀ ਕੁਝ ਖਾ ਲਾਂ। ਪਿਆਸ ਲੱਗਦੀ ਹੈ, ਜੀ ਕਰਦਾ ਠੰਡਾ ਠੰਡਾ ਪਾਣੀ ਪੀ ਲਾ ਹੁੰਦਾ। ਕਿਉਂ? ਅਗਨ ਕੰਮ ਕਰਦੀ। ਤੁਸੀਂ ਭੁੱਖੇ ਰਹਿ ਜਾਓ ਇੱਕ ਦਿਨ, ਕੀ ਹੋਊਗਾ? ਉਹੀ ਅਗਨ ਇੰਨੀ ਵੱਧ ਜੂਗੀ ਜਿਹਨੂੰ HCl ਕਹਿ ਦਿੰਦੇ ਆ ਫਿਰ ਮੈਡੀਕਲ ਭਾਸ਼ਾ 'ਚ। ਇੰਨਾ ਵੱਧ ਜੂ, ਉੱਪਰ ਚੜ੍ਹਨਾ ਸ਼ੁਰੂ ਹੋ ਜੂ, ਉੱਪਰਲੇ ਪਾਸੇ ਪੇਟ ਫੁੱਲ ਜਾਣਾ। ਇਹ ਸਾਡੇ ਨਾਲ ਹੁੰਦਾ ਹੈ ਰੋਗੀ ਲੋਕਾਂ ਨਾਲ। ਜਿਹੜਾ ਤੰਦਰੁਸਤ ਮਨੁੱਖ ਹੈ, ਨਾਮ ਜਪਣ ਵਾਲਾ, ਉਹਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ। ਕਹਿੰਦੇ ਫਿਰ ਉਹ ਬੰਦਾ ਭੁੱਖਾ ਤੇ ਹੁੰਦਾ। ਲੋਕੀ ਕਹਿੰਦੇ ਰੋਟੀ ਖਾ ਲਾ, ਕਹਿੰਦਾ ਅੱਜ ਮੈਨੂੰ ਭੁੱਖ ਹੀ ਨਹੀਂ ਹੈ, ਮੈਨੂੰ ਪਿਆਸ ਹੀ ਨਹੀਂ ਲੱਗ ਰਹੀ, ਅੱਜ ਬੜਾ ਖੁਸ਼ ਹੈ। ਪਰ ਹੋ ਕੀ ਰਿਹਾ? ਉਦਿਆਨ ਉੱਪਰ ਨੂੰ ਜਾਣੀ ਸ਼ੁਰੂ ਹੋ ਗਈ ਹੈ। ਸਾਰਾ ਕਾਲਜਾ ਚਲੀ ਜਾਂਦਾ ਅੰਦਰੋਂ ਅੰਦਰ, ਜ਼ਖਮ ਹੋਣੇ ਸ਼ੁਰੂ ਹੋ ਗਏ, ਛੋਟੇ ਤੋਂ ਵੱਡੇ ਅਲਸਰ ਹੋਣੇ ਸ਼ੁਰੂ ਹੋ ਗਏ। ਕਾਹਦੇ ਨਾਲ? ਜਦ ਭੋਜਨ ਨਹੀਂ ਖਾਂਦਾ, ਉਹ ਅਗਨ ਸਮੇਂ ਨਾਲ ਇੰਨੀ ਬੇਵੱਸ ਹੋ ਗਈ। ਕਿਉਂਕਿ ਇਹ ਉਹਦੇ ਨਾਲ ਹੁੰਦਾ ਜਿਹਦਾ ਕੋਈ ਟਾਈਮ ਟੇਬਲ ਨਹੀਂ, ਸ਼ਡਿਊਲ ਨਹੀਂ, ਕਦੇ ਰੋਟੀ ਖਾ ਲਈ ਕਦੇ ਛੱਡਤੀ, ਉਹ ਮਰਿਆ। ਜਿਹਦਾ ਪੱਕੀ ਰੂਟੀਨ ਆ ਨਾ ਵੀ ਦੁਨੀਆ ਇੱਧਰ ਦੀ ਇੱਧਰ ਹੋ ਜੇ, ਸਮੇਂ ਨਾਲ ਭੋਜਨ ਛਕਣਾ ਹੈ। ਜੇ ਛੱਡਣਾ ਤੇ ਪੱਕੇ ਤੌਰ ਤੇ ਛੱਡਣਾ, ਵੀ ਇੰਨੇ ਦਿਨ ਰੋਟੀ ਖਾਣੀ ਹੋਣੀ। ਸਿਸਟਮ ਉੱਥੇ ਕੰਮ ਕਰਦਾ ਸੀ ਤੇ ਬਾਡੀ ਕਨਫਿਊਜ਼ ਕੀਤੀ ਪਈ ਹੈ, ਲੀਵਰ ਕਨਫਿਊਜ਼ ਕੀਤਾ ਹੋਇਆ ਹੈ। ਸਵੇਰੇ ਰੋਟੀ ਖਾ ਲਈ, ਕਹਿੰਦੇ ਯਾਰ ਅੱਜ ਸ਼ਾਮ ਤੱਕ ਨਹੀਂ ਖਾਣੀ, ਬਿਮਾਰ ਕਰਨ ਦੀ ਨਿਸ਼ਾਨੀ ਹੈ। ਪੱਕਾ ਟਾਈਮ ਦੇ, ਤਾਂ ਜੋ 2 ਮਹੀਨਿਆਂ 'ਚ ਉਹਨੂੰ ਪਤਾ ਲੱਗੇ ਲੀਵਰ ਨੂੰ ਵੀ ਇਸ ਵੇਲੇ ਮੈਨੂੰ ਕੁਝ ਵੀ ਨਹੀਂ ਮਿਲਦਾ, ਮੈਂ ਇਸ ਵੇਲੇ ਐਂਜ਼ਾਈਮ ਪਾਉਣੇ ਨਹੀਂ। ਤਾਂ ਕਹਿੰਦੇ ਜਦੋਂ ਅੰਤਾਂ ਦੀ ਭੁੱਖ ਲੱਗਦੀ, ਇਹ ਅਗਨੀ ਦਾ ਗੁਣ ਹੈ। ਜਿਸ ਅੱਗ ਕਰਕੇ ਖੋਹ ਪੈਂਦੀ ਹੈ, ਪਿਆਸ ਲੱਗਦੀ ਹੈ। ਰਕਤ ਪਸੀਨਾ ਪਿਤ ਕਫ ਬਿੰਦ ਨੀਰਹੁ ਕੀ। ਕਹਿੰਦੇ ਪਾਣੀ ਦਾ ਗੁਣ ਕਿਹੜਾ ਹੈ? ਰਕਤ, ਪਸੀਨਾ, ਰਕਤ ਨਾਮ ਖੂਨ ਹੈ, ਖੂਨ, ਪਸੀਨਾ, ਵੀਰਜ, ਪਿੱਤ ਅਤੇ ਕਫ। ਕਫ ਕਹਿੰਦੇ ਬਲਗਮ, ਰੇਸ਼ਾ। ਅੱਜ ਅਸੀਂ ਭੱਜੇ ਫਿਰਦੇ ਆ ਨਾ, ਫਲਾਣੇ ਨੂੰ ਰੇਸ਼ਾ ਆ ਗਿਆ। ਨਾ ਭਾਈ, ਰੇਸ਼ਾ ਵੀ ਸਾਡੇ ਸਰੀਰ ਦਾ ਇੱਕ ਲੁਬਰੀਕੈਂਟ ਪਾਰਟ ਹੈ। ਜਿੱਦਣ ਸਰੀਰ ਜੇ ਘਟ ਗਿਆ ਨਾ, ਰਾਮ ਰਾਮ ਸਾਥ ਉਦਣ ਵੀ ਹੋ ਜਾਣਾ ਹੈ। ਜੇ ਵੱਧ ਗਿਆ, ਬਲਗਮ ਬਣ ਬਣ ਕੇ ਮੂੰਹ ਨੂੰ ਆਉਣਾ ਹੈ। ਜਿਵੇਂ ਹਾਈਡ੍ਰੋਲਿਕ ਸਿਸਟਮ ਅੱਜ ਕੱਲ੍ਹ ਆਇਆ ਨਾ ਦੁਨੀਆ 'ਚ, ਜੈਕ ਲੱਗਦੇ ਆ, ਉਹ ਚੁੱਕ ਦਿੰਦੇ ਆ ਪਲਾਂ 'ਚ ਸਾਰਾ ਕੁਝ। ਗੱਡੀਆਂ 'ਚ ਵੀ ਹੈ ਹਾਈਡ੍ਰੋਲਿਕ। ਇਹ ਕਿੱਥੋਂ ਚੱਲਿਆ? ਮਨੁੱਖਾ ਸਰੀਰ ਤੋਂ। ਪਹਿਲਾਂ ਸਾਡੇ ਸਰੀਰ 'ਚ ਸੀ। ਜਿਸ ਕਰਕੇ ਜਿੰਨਾ ਮਰਜ਼ੀ ਭਾਰ ਛੇਤੀ ਚੁੱਕ ਲਈਏ, ਸਾਡੀ ਬਾਡੀ ਵਿੱਚ ਹਾਈ ਫਿਊਲ ਹੈ, ਹਾਈਡ੍ਰੋਲਿਕ ਸਿਸਟਮ। ਉਹ ਹੈ ਕਫ, ਜਿਹਨੂੰ ਬਲਗਮ ਕਹਿੰਦੇ ਆ। ਤੇ ਜਦੋਂ ਸਰੀਰ ਰੋਗੀ ਹੋ ਜੇ ਨਾ, ਤੇ ਫਿਰ ਇੰਨਾ ਰੋਗ ਵੱਧ ਜਾਂਦਾ, ਏਡੀ ਵਾਤ, ਪਿੱਤ, ਕਫ ਤਿੰਨੇ ਹੀ ਵਿਗੜ ਜਾਂਦੇ ਆ। ਬਲਗਮ ਗੱਠਾਂ ਬਣ ਬਣ ਕੇ ਆਉਣ ਲੱਗ ਪੈਂਦੀ ਹੈ। ਬੰਦਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਦੋਂ ਫਿਰ ਬਲੱਡ ਗੰਦਲਾ ਹੋ ਜਾਂਦਾ ਹੈ, ਖੂਨ ਮੈਲਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਆਖਦੇ ਆ, ਕਹਿੰਦੇ ਭਾਈ ਪਿੱਤ ਆ ਜਿਹੜੀ ਸਰੀਰ ਤੇ ਨਿਕਲ ਆਉਂਦੀ ਹੈ, ਪਾਣੀ ਦਾ ਗੁਣ ਹੈ। ਤੇ ਫਿਰ ਪੁਰਾਣੇ ਬਜ਼ੁਰਗ ਸੁਣਿਆ ਨਾ ਤੁਸੀਂ, ਕਿਤੇ ਪਿੱਤ ਨਿਕਲੀ, ਕੀ ਕਹਿੰਦੇ? ਕਹਿੰਦੇ ਬੀਜ ਨਾ ਹੋਏ, ਮੀਂਹ ਪੈ ਗਿਆ, ਜਾ ਨਾ ਹਟ ਜੂਗੀ। ਉਹਨਾਂ ਨੂੰ ਪਤਾ ਸੀ ਵੀ ਬਾਰਿਸ਼ ਵਿੱਚ ਨਹਾਤਿਆਂ ਤੋਂ ਪਿੱਤ ਲੱਥ ਜਾਣੀ ਹੈ, ਹਟ ਜਾਣੀ ਹੈ, ਕਿਉਂਕਿ ਇਹ ਪਾਣੀ ਦੀ ਤਸੀਰ ਹੈ। ਜਿੰਨੇ ਸਾਡੇ ਫੋੜੇ ਹੁੰਦੇ ਆ, ਫਿਣਸੀ ਹੁੰਦੀ ਹੈ, ਕਦੇ ਨੋਟ ਕਰਿਓ ਉਹਨਾਂ 'ਚ ਪਾਣੀ ਸਿਮਦਾ ਸਭ ਤੋਂ ਪਹਿਲਾਂ। ਲੈ ਹੱਥ ਤੇ ਖਾਰਸ਼ ਕਰੀ ਜੋ, 4 ਦਿਨ ਇੱਕ ਥਾਂ ਤੇ ਪਾਣੀ ਆਉਣ ਲੱਗ ਜੂ। ਕਿਹਦਾ ਗੁਣ ਹੈ ਇਹ? ਇਸ ਚਮੜੀ ਵਿੱਚ ਪਾਣੀ ਦਾ ਗੁਣ ਹੈ। ਮਨੁੱਖ ਦਾ ਵੀਰਜ, ਇਹਦਾ ਖੂਨ, ਕਫ, ਇਹ ਸਾਰਾ ਕੁਝ ਕਹਿੰਦੇ ਪਾਣੀ ਸਰੀਰ ਵਿੱਚ ਵਰਤ ਰਿਹਾ ਹੈ। ਪਰ ਉਹ ਕਿਹੜੀ ਮਾਤਰਾ 'ਚ ਹੈ, ਕਿਹੜੇ ਤਰੀਕੇ ਨਾਲ ਹੈ, ਉਹ ਸਭ ਕੁਝ ਅਲੱਗ ਹੈ। ਬਾਹਰ ਦਾ ਪਾਣੀ ਅੰਦਰ ਜਾ ਕੇ ਸਰੀਰ ਨੂੰ ਉਸੇ ਮਾਤਰਾ ਵਿੱਚ ਲੈ ਜਾਂਦਾ ਹੈ, ਤੇ ਉਹ ਤੋਂ ਵੱਧ ਨਹੀਂ ਨਾ ਘੱਟ ਕੰਮ ਕਰਦਾ। ਇਹ ਉਹਨੇ ਆਪ ਕਰਨਾ, ਕਿਉਂਕਿ ਉਹਨੇ ਆਪਣੇ ਹਿਸਾਬ ਨਾਲ ਅੱਗ ਪਾਉਣੀ ਹੈ, ਆਪਣੇ ਹਿਸਾਬ ਨਾਲ ਉਹਨੇ 'ਚ ਧਰਤੀ ਦਾ ਗੁਣ ਪਾ ਲੈਣਾ ਹੈ, ਆਕਾਸ਼ ਦਾ ਗੁਣ ਪਾ ਲੈਣਾ ਹੈ, ਤੇ ਸਰੀਰ ਤੰਦਰੁਸਤ ਰਹਿੰਦਾ ਹੈ। ਹੁਣ ਯੋਗੀਆਂ ਨੂੰ ਲੱਗਦਾ ਸੀ ਵੀ ਸਾਡੀ ਵਿਗਿਆਨ, ਸਾਡੀ ਸਾਇੰਸ ਬਹੁਤ ਐਡਵਾਂਸ ਹੈ, ਬਾਬੇ ਨਾਨਕ ਨੂੰ ਕੀ ਪਤਾ ਹੈ? ਗੁਰੂ ਸਾਹਿਬ ਕਹਿੰਦੇ ਆ ਗੁਣ ਹਨ ਭਾਈ, ਆ ਗੁਣ ਹਨ। ਮਰਗ ਤੋਂ ਸੁਣ ਸੁਣ ਕੇ ਨਾ ਜੀ ਤੇ ਕਰਦਾ ਚਰਨ ਫੜ ਲਵਾਂ, ਇਹਨਾਂ ਨੂੰ ਮੱਥਾ ਟੇਕਦੇ ਆ। ਸ਼ਾਮ ਹਾੜ ਮਾਸ ਨਾੜੀ ਰੋਮ ਚਿਤ ਭਾਨੀਏ। ਗੁਰੂ ਸਾਹਿਬ ਕਹਿੰਦੇ ਅਗਲਾ ਸੁਣ ਲਾ, ਹੱਡ, ਚੰਮ, ਨਾੜੀਆਂ,
ਮਾਸ ਤੇ ਆ ਸਾਡੇ ਰੋਮ, ਵਾਲ, ਕੇਸ, ਹੇਅਰ, ਇਹ ਕਾਹਦਾ ਗੁਣ ਹੈ? ਧਰਤੀ ਦਾ ਗੁਣ ਹੈ। ਧਰਤੀ 'ਚ ਪਾਣੀ ਪਾ ਦਿਓ, ਗਾਰਾ ਬਣ ਜੂ, ਹਵਾ ਲੱਗ ਜੇ ਸੁੱਕ ਜੂ, ਕੋਈ ਚੀਜ਼ ਵੇਚ ਦਿਓ ਪੁਗਰ ਕੇ ਨਿਕਲ ਆਊ, ਭਾਵੇਂ ਉਹ ਸਦੀਆਂ ਪੁਰਾਣਾ ਬੀਜ ਹੋਵੇ। ਤੁਸੀਂ ਕੋਈ ਸਬਜ਼ੀ ਲਾਈ ਹੈ, ਉਹਦਾ ਬੀਜ ਪੱਕ ਗਿਆ, ਡਿੱਗ ਪਿਆ, ਜਦ ਰੁੱਤ ਆ ਗਈ ਉਹਨੇ ਆਪ ਹੀ ਨਿਕਲ ਆਉਣਾ, ਪਹਿਲਾਂ ਨਿਕਲਿਆ ਪਿਆਰਿਆਂ ਵਿੱਚ ਸੇਬ ਪਿਆਰੇ। ਇਸੇ ਤਰ੍ਹਾਂ ਮਰਦ ਕਹਿੰਦੇ ਆ ਸਰੀਰ ਹੈ ਭਾਈ, ਮਿੱਝ ਕਾਹਦੇ ਤੋਂ ਬਣੀ ਹੈ? ਮਿੱਟੀ ਤੋਂ। ਨਾੜਾਂ ਕਾਹਦੇ ਤੋਂ ਬਣੀਆਂ? ਮਿੱਟੀ ਤੋਂ। ਜਿਵੇਂ ਨਦੀਆਂ ਨਾਲੇ ਕਿੰਨੇ ਸਾਫ਼ ਹੋ ਕੇ ਚੱਲਦੇ ਆ ਕੁਦਰਤੀ ਪਾਣੀ ਦੇ ਵਹਾਵ ਨਾਲ। ਸਾਹਿਬ ਕਹਿੰਦੇ ਆ ਸਰੀਰ ਦਾ ਢਾਂਚਾ, ਹੱਡੀਆਂ ਤੇਰੀਆਂ ਧਰਤੀ ਤੋਂ ਬਣੀਆਂ ਹੋਈਆਂ ਨੇ। ਹੀਰੇ ਕਿੱਥੋਂ ਨਿਕਲਦੇ ਆ? ਧਰਤੀ ਦੀ ਚਟਾਨ ਤੋਂ। ਕੋਇਲਾ ਕਿੱਥੋਂ ਨਿਕਲਦਾ ਹੈ? ਧਰਤੀ ਚੋਂ। ਕਿੰਨਾ ਸਖਤ ਹੈ। ਪੱਥਰ ਰਾਜਸਥਾਨ ਦਾ ਕਿੱਥੋਂ ਨਿਕਲਦਾ ਹੈ? ਧਰਤੀ ਚੋਂ। ਕਿੰਨਾ ਸਖਤ ਹੈ। ਹੱਡ ਕਾਹਤੋਂ ਬਣੇ? ਹੱਡ, ਚੰਮ, ਮਾਸ, ਨਾੜੀਆਂ। ਸਾਹਿਬ ਕਹਿੰਦੇ ਇਹ ਇਸ ਧਰਤੀ ਦੇ ਗੁਣ ਤੋਂ ਬਣੀਆਂ ਹੋਈਆਂ ਨੇ। ਜੋ ਜੋ ਕੁਝ ਧਰਤੀ ਕਰਦੀ ਹੈ ਉਹੀ ਸਰੀਰ ਕਰਦਾ ਹੈ। ਧਰਤੀ ਸਦੀਆਂ ਪਹਿਲਾਂ ਕਿਹੋ ਜਿਹੀ ਸੀ? ਫਿਰ ਇਹਦੇ 'ਚ ਸਮੁੰਦਰਾਂ ਜਵਾਰ ਭਾਟੇ ਆ ਜਾਂਦੇ ਆ, ਧਰਤੀ 'ਚ ਭੁਚਾਲ ਆ ਜਾਂਦੇ ਆ, ਟੈਕਟੋਨਿਕ ਪਲੇਟਾਂ ਜਿਹੜੀਆਂ ਉੱਪਰ ਥੱਲੇ ਹੋ ਜਾਂਦੀਆਂ ਨੇ, ਪਰਬਤ ਉੱਚੇ ਹੋ ਜਾਂਦੇ ਆ, ਧਰਤੀ 'ਚ ਪਾੜਾਂ ਪੈ ਜਾਂਦੀਆਂ ਨੇ। ਕੀ ਸਰੀਰ 'ਚ ਨਹੀਂ ਹੈ? ਸਰੀਰ 'ਚ ਸਾਰਾ ਕੁਝ ਹੀ ਹੈ, ਉਵੇਂ ਕੰਮ ਕਰਦਾ ਹੈ। ਇਹ ਵੱਧ ਵੀ ਰਿਹਾ, ਬੁਢਾਪੇ ਜਾ ਕੇ ਘਟੀ ਵੀ ਜਾਂਦਾ ਹੈ, ਝੁਕੀ ਵੀ ਜਾਂਦਾ ਹੈ ਬੰਦਾ। ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਤੇ ਹੱਡੀਆਂ ਨੂੰ ਕਮਜ਼ੋਰੀ ਤੋਂ ਦੂਰ ਕਰਨ ਵਾਸਤੇ ਲੈਂਦੇ ਆ ਕੈਲਸ਼ੀਅਮ। ਕਿੱਥੋਂ ਆਉਂਦਾ ਹੈ? ਧਰਤੀ 'ਚੋਂ। ਅੱਜ ਨਾ ਚੂਨਾ ਕਰਦੇ ਆ ਕੰਧਾਂ ਨੂੰ, ਇਹ ਕੀ ਹੈ? ਕੈਲਸ਼ੀਅਮ ਕਾਰਬੋਹਾਈਡਰੇਟ। ਕਿੱਥੋਂ ਆਇਆ? ਖਦਾਨਾਂ 'ਚ, ਧਰਤੀ 'ਚੋਂ ਨਿਕਲੇ। ਹੱਡ ਕੈਲਸ਼ੀਅਮ ਤੋਂ ਬਣੇ ਆ। ਇਹ ਬੜੀਆਂ ਗਹਿਰੀਆਂ ਚੀਜ਼ਾਂ ਨੇ, ਕੱਲਾ ਜੇ ਯੋਗ ਸੁਣਾਈਏ ਤੇ ਬੋਰ ਹੋ ਜਾਂਦੇ ਤੁਸੀਂ ਵੀ ਇਹ ਕੀ ਸ਼ੇਰ ਹੈ। ਪਰ ਸੌਖੇ ਤਰੀਕੇ ਨਾਲ ਸਮਝ ਆ ਜੇ ਤੇ ਬੜਾ ਵਧੀਆ ਲੱਗਦਾ ਹੈ। ਗੁਰੂ ਬਾਬਾ ਜੀ ਕਹਿੰਦੇ ਧਰਤੀ ਦਾ ਗੁਣ ਹੈ। ਇਸੇ ਤਰ੍ਹਾਂ ਸਰੀਰ ਤੇ ਰੋਮ ਆਉਂਦੇ ਨੇ, ਝੜ ਜਾਂਦੇ ਨੇ, ਆਪਣੇ ਆਪ ਫਿਰ ਪੈਦਾ ਹੁੰਦੇ ਨੇ। ਦੋਹਰਾ ਪੰਜ ਤਤ ਕੋ ਕੋਟ ਮੇ 25 ਹੈ ਪ੍ਰਕਿਰਤ। ਭਾਈ ਪੰਜਾਂ ਤੱਤਾਂ ਦੇ ਕਿਲੇ ਵਿੱਚ ਆ ਸਰੀਰ ਸਾਡਾ ਇੱਕ ਕਿਲਾ ਏ। ਗੁਰੂ ਜੀ ਕਹਿੰਦੇ ਇਹਦੇ ਵਿੱਚ 25 ਪ੍ਰਕਿਰਤੀਆਂ ਕੰਮ ਕਰਦੀਆਂ। ਪ੍ਰਕਿਰਤੀ ਕਿਹਨੂੰ ਕਹਿੰਦੇ? ਕੁਦਰਤ ਨੂੰ। ਕੁਦਰਤ 25 ਤਰ੍ਹਾਂ ਦੇ ਕੰਮ ਸਰੀਰ 'ਚ ਕਰਦੀ ਹੈ। ਕਿਹਨਾਂ ਕਰਕੇ? 5 ਗਿਆਨ ਇੰਦਰੀ, 5 ਕਰਮ ਇੰਦਰੀ, 5 ਕੀ ਨੇ? ਸ਼ਬਦ, ਸਪਰਸ਼, ਰੂਪ, ਰਸ, ਗੰਧ, ਤੇ 5 ਗੁਣ ਕਿਹੜੇ ਆ? ਇਹ ਨੇ ਨਾ। ਇਹ ਤੋਂ ਅੱਗੇ ਆ ਜਾਓ, 5 ਤੱਤ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਤੇ ਫਿਰ 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਟੋਟਲ ਕਿੰਨੇ ਹੋ ਗਏ? 25। ਇਹ 25 ਇਸ ਕਿਲੇ ਦੇ ਵਿੱਚ ਇਕੱਠੇ ਨੇ। ਜਿਵੇਂ ਇੱਕ ਕੋਠੀ ਦੇ ਵਿੱਚ ਕੋਈ ਕਿਚਨ 'ਚ ਕੰਮ ਕਰਦਾ ਹੈ, ਸ਼ੈਫ ਰੱਖਿਆ ਹੋਇਆ, ਇੱਕ ਗੇਟ ਤੇ ਖੜਾ ਬਾਡੀਗਾਰਡ, ਇੱਕ ਗੱਡੀ ਧੋਣ ਵਾਲਾ ਵੀ ਹੁੰਦਾ ਹੈ, ਇੱਕ ਲਾਂਡਰੀ ਪ੍ਰੈਸ ਕਰਨ ਵਾਲਾ ਵੀ ਹੈ, ਇੱਕ ਸਫਾਈ ਵਾਲਾ ਵੀ ਹੈ, ਪੋਚੇ ਵਾਲਾ ਵੀ। ਤਰ੍ਹਾਂ ਤਰ੍ਹਾਂ ਦੇ ਵਰਕਰ ਨੇ ਨਾ। ਇਸੇ ਤਰ੍ਹਾਂ ਸਰੀਰ ਰੂਪ ਕਿਲੇ ਦੇ ਵਿੱਚ ਸਾਹਿਬ ਕਹਿੰਦੇ 25 ਪ੍ਰਕਿਰਤੀਆਂ ਦਾ ਵਾਸ ਹੈ। ਇਹਨਾਂ ਨੂੰ ਮੈਨੇਜ ਕੌਣ ਕਰਦਾ ਹੈ? ਮਨ ਰਾਜਾ। ਆਖੋ ਸਤਿਨਾਮ। ਇਸ ਕਿਲੇ ਦਾ ਰਾਜਾ ਇਹ ਚਾਹੇ ਨਾ ਮਨ ਤੁਹਾਡਾ ਉਥਲ ਪੁਥਲ ਹੋ ਜੇ ਤੇ ਸਰੀਰ ਨੂੰ ਹਿਲਾ ਕੇ ਰੱਖ ਦਿੰਦਾ। ਲੈ ਮਨ ਹੋ ਜੇ ਦੁਖੀ, ਸਰੀਰ ਕਲਪਿਆ ਫਿਰਦਾ ਵੀ ਇੰਨੇ ਬੰਦੇ ਕੁੱਟ ਦੂੰਗਾ ਅੱਜ ਮੈਂ ਨਹੀਂ ਜਾਂਦਾ, ਜੋ ਮਰਜ਼ੀ ਕਰ ਲਓ, ਮੈਂ ਨਹੀਂ ਬੁਲਾਉਂਦਾ ਫਲਾਣੇ ਨੂੰ। ਉਹ ਬੰਦਾ ਕਹਿੰਦਾ ਯਾਰ ਫਿਰ ਕੀ ਹੋਇਆ? ਫਲਾਣਾ ਉਹ ਕਿਵੇਂ ਆ ਜੂਗਾ ਇੱਥੇ? ਹੱਥ ਕਿਵੇਂ ਲਾ ਗਿਆ ਮੈਨੂੰ? ਰੌਲਾ ਮੰਨਦਾ ਸੀ, ਔਖਾ ਸਰੀਰ ਹੋਇਆ ਫਿਰਦਾ। ਮੈਂ ਨਹੀਂ ਨਾਲ ਬਹਿਣ ਦਿੰਦਾ ਉਹਨੂੰ ਜੀ, ਉਹ ਮੇਰੇ ਵੱਲ ਕਿਵੇਂ ਵੇਖਦਾ, ਕਿਵੇਂ ਬੋਲਦਾ ਮੈਨੂੰ? ਸਰੀਰ ਦੀ 25 ਪ੍ਰਕਿਰਤੀਆਂ ਇਸ ਸਰੀਰ ਰੂਪ ਕਿਲੇ ਵਿੱਚ ਹਰ ਵੇਲੇ ਕੰਮ ਕਰਦੀਆਂ ਨੇ। ਜਿਉ ਬਸੇਰਾ ਤਹਿ ਕੀਓ ਸੁਣ ਲੋਹਰੀ ਪਾਮਿਤ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਜੀਓ ਵਸੇਰਾ ਤਹਿ ਕੀਓ ਸੁਣ ਲੋਹਰੀ ਪਾਮਿਤ, ਉਹ ਮਿੱਤਰ ਲੋਹਾਰੀ ਪਾ ਸੁਣ ਲੈ। ਇਹ ਸਰੀਰ ਰੂਪ ਕਿਲੇ ਵਿੱਚ ਮਨ ਰੂਪ ਰਾਜਾ ਬਹਿ ਕੇ ਰਾਜ ਕਰਦਾ ਹੈ। ਪਰ ਰਾਜ ਵੀ ਉਹਦਾ ਕਰਦਾ ਜਿਹਨੇ ਮਨ ਜਿੱਤ ਲਿਆ ਏ। ਸਤਿਗੁਰਾਂ ਦੇ ਬਚਨ ਸੁਣ ਕੇ ਹੱਥ ਜੋੜ ਚਰਨੀ ਡਿੱਗ ਪਿਆ। ਆਖੋ ਸਤਿਨਾਮ। ਕਹਿੰਦਾ ਬਾਬਾ ਗੱਲਾਂ ਹੀ ਬਹੁਤ ਹੁੰਦੀਆਂ ਨੇ, ਮੈਂ ਤੇ ਕਦੇ ਇੱਥੋਂ ਤੱਕ ਸੋਚਿਆ ਹੀ ਨਹੀਂ। ਇੱਕ ਸਿੱਧਾਂ ਦਾ ਸਿੱਧ ਲੋਹਾਰੀ ਪਾ ਜਿਹੜਾ ਕਹਿੰਦਾ ਸੀ ਮੈਂ ਫੜ ਕੇ ਲੈ ਆਊਂ, ਘੜੀਸ ਕੇ ਲੈ ਕੇ ਆਊਂ, ਮੈਂ ਆਹ ਕਰ ਦੂੰ, ਮੈਂ ਵਾਹ ਕਰ ਦੂੰ, ਮੈਂ ਚਰਨੀ ਸੁੱਟ ਲੂੰ ਉਹਨਾਂ ਨੂੰ ਤੇ ਕੰਨੀ ਮੁੰਦਰਾ ਪਵਾ ਦਿਆਂਗਾ। ਉਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਕਹਿੰਦਾ ਬਾਬਾ ਬਖਸ਼ ਲੈ ਮੈਨੂੰ। ਆਖੋ ਸਤਿਨਾਮ। ਪਹਿਲਾ ਸਿੱਧਾ ਜਿਹੜਾ ਈਨ ਬਣ ਗਿਆ,
ਸਮਾਂ ਸਮਾਪਤ ਹੈ। ਅਗਲੀ ਕਥਾ ਹੁਣ ਸੌਖੀ ਹੁੰਦੀ ਜਾਊਗੀ, ਕਿਉਂਕਿ ਆਹ ਘਾਟੀ ਬਹੁਤ ਔਖੀ ਸੀ। ਜਿਹੜੀ ਅੱਜ ਦੇ ਗੱਲ ਆਪਾਂ ਸਰਵਣ ਕੀਤੀ ਨਾ, 10 ਤਰ੍ਹਾਂ ਦੇ ਪ੍ਰਾਣ ਕਿੱਥੇ ਕਿੱਥੇ ਹੁੰਦੇ ਆ, ਕਿਵੇਂ ਹੁੰਦੇ ਆ, ਦਸਮ ਦੁਆਰ ਕਿਵੇਂ ਆ, ਸਵਾਸ ਕਿੱਥੇ ਰੁਕਦੇ ਆ, ਕੀ ਸਾਰਾ ਹਿਸਾਬ ਕਿਤਾਬ, ਇਹ ਟਫ ਸੀ ਥੋੜਾ ਜਿਹਾ ਸਬਜੈਕਟ, ਅੱਜ ਨਿਕਲ ਗਿਆ। ਹੁਣ ਅੱਗੇ ਗੁਰੂ ਸਾਹਿਬ ਚੱਲਣਗੇ ਸੌਖੀਆਂ ਰਾਹਾਂ ਤੇ, ਜਿਵੇਂ ਪਾਤਸ਼ਾਹ ਦੀ ਕਿਰਪਾ ਹੋਊ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।